ਸਾਡਾ ਖਾਸ ਸੈਗਮੈਂਟ ਪੋਲੀਟੀਕਲ ਪਲਸ ਸਿਆਸੀ ਰਮਜ਼ਾਂ, ਜਿਹਦੇ ਵਿੱਚ ਅਸੀਂ ਅੱਜ ਇੱਕ ਵਿਸ਼ੇਸ਼ ਵਿਸ਼ੇ ਦੇ ਉੱਪਰ ਇੱਕ ਵਿਸ਼ੇਸ਼ ਗੱਲਬਾਤ ਨੂੰ ਹੋਰ ਜ਼ਿਆਦਾ ਐਲੈਬੋਰੇਟ ਕਰਨ ਦੇ ਲਈ, ਕਿਉਂਕਿ ਜਦੋਂ ਸਾਡੇ ਸ਼ਹਿਰ ਆਪਣੇ ਬਰੈਂਪਟਨ ਦੀ ਗੱਲ ਹੋ ਰਹੀ ਹੈ ਤਾਂ ਸਾਡੇ ਸ਼ਹਿਰ ਤੋਂ ਮੇਅਰ ਪੈਟਰਿਕ ਬਰਾਊਨ ਹੋਰੀ, ਜਿੱਥੇ ਅਫਕੋਰਸ ਉਹ ਮੇਅਰ ਦੇ ਤੌਰ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਕਾਫੀ ਚਰਚਾ ਦਾ ਵਿਸ਼ਾ ਰਹੇ ਨੇ। ਉਹਨਾਂ ਦੀਆਂ ਸਰਵਿਸਿਜ਼, ਉਹਨਾਂ ਦੀਆਂ ਭੂਮਿਕਾਵਾਂ ਜਾਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਉੱਪਰ ਪਲੱਸ ਮਾਈਨਸਿਸ, ਚੰਗੇ ਮਾੜੇ ਹਰ ਤਰ੍ਹਾਂ ਦੇ ਪ੍ਰਭਾਵ ਸੁਣਨ ਨੂੰ ਮਿਲਦੇ ਰਹੇ ਨੇ। ਉੱਥੇ ਨਾਲ ਅੱਜ ਜਿਹੜੀ ਲੇਟੈਸਟ ਖਬਰ ਜਿਹੜੀ ਫਲੈਸ਼ ਹੋ ਰਹੀ ਹੈ ਉਹ ਹੈ ਜਿਹੜੀ ਉਹਨਾਂ ਨੇ ਆਪਣੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਲਈ ਆਪਣੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇੱਕ ਮੁਹਿੰਮ ਛੇੜੀ ਹੋਈ ਸੀ, ਉਹਦੇ ਉੱਪਰ ਵਿਸ਼ਰਾਮ ਚਿੰਨ੍ਹ ਲੱਗਿਆ, ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ। ਅਸੀਂ ਐਕਚੁਅਲੀ ਚਾਹੁੰਦੇ ਸੀ ਅੱਜ 3:15 ਵਜੇ ਗੱਲਬਾਤ ਸ਼ੁਰੂ ਕਰਨੀ, ਪਰ ਥੋੜ੍ਹੀ ਜਿਹੀ ਡਿਲੇ ਇਸ ਲਈ ਹੋਈ ਹੈ ਕਿ ਇੱਕ ਹੋਰ ਲੇਟੈਸਟ ਅਪਡੇਟ ਇਸ ਵੇਲੇ ਜਿਹੜੀ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਫਲੈਸ਼ ਹੋ ਰਹੀ ਸੀ, ਸੋ ਉਹਨੂੰ ਅਸੀਂ ਸੁਣਨ ਤੋਂ ਬਾਅਦ ਜਾਂ ਗੱਲਬਾਤ ਜਿਹੜੀ ਹੈ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚਦਿਆਂ ਕਰਨ ਦੇ ਲਈ ਸਾਡੀ ਥੋੜ੍ਹੇ ਜਿਹੇ 10-15 ਮਿੰਟ ਅਸੀਂ ਹੋਰ ਲੇਟ ਹੋ ਗਏ ਹਾਂ। ਸੋ ਹੁਣ ਇਸ ਗੱਲਬਾਤ ਨੂੰ ਕੋਸ਼ਿਸ਼ ਕਰਾਂਗੇ ਅਗਲੇ ਅੱਧੇ ਪੌਣੇ ਘੰਟੇ ਦੇ ਲਈ ਬਿਨਾਂ ਕਿਸੇ ਬ੍ਰੇਕ ਦੇ ਤੁਹਾਡੇ ਤੱਕ ਪਹੁੰਚਦੀ ਕਰੀਏ, ਅਤੇ ਇਹਦੀਆਂ ਅੰਦਰਲੀਆਂ ਪਰਤਾਂ ਕੀ ਨੇ, ਸਾਰਾ ਕਿੱਥੋਂ ਸ਼ੁਰੂਆਤ ਹੋਈ, ਕਿਸ ਤਰੀਕੇ ਦੇ ਨਾਲ ਪੈਟਰਿਕ ਬਰਾਊਨ ਹੋਰੀ ਪੋਲੀਟੀਕਲ ਕਰੀਅਰ ਦੀ ਗੱਲ ਕਰਦੇ ਹੋਏ ਜਾਂ ਉਹਨਾਂ ਦਾ ਇਸ ਵੇਲੇ ਲੀਡਰਸ਼ਿਪ ਰੇਸ ਦੇ ਵਿੱਚ ਜਾਂ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਕੈਨੇਡਾ ਦੀ ਪੋਲੀਟਿਕਸ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ, ਕਿਵੇਂ ਇਹਦੀਆਂ ਹੋਰ ਪਰਤਾਂ ਖੁੱਲ੍ਹ ਰਹੀਆਂ ਨੇ, ਔਰ ਵਿਸ਼ੇਸ਼ ਤੌਰ ਦੇ ਉੱਤੇ ਪੈਟਰਿਕ ਬਰਾਊਨ ਹੋਰਾਂ ਦਾ ਡਿਸਕੁਆਲੀਫਾਈ ਕੀਤਾ ਜਾਣਾ ਇਸ ਲੀਡਰਸ਼ਿਪ ਰੇਸ ਦੇ ਵਿੱਚੋਂ ਕੰਜ਼ਰਵੇਟਿਵ ਪਾਰਟੀ ਦੇ ਲਈ, ਉਹਦਾ ਕੀ ਮਾਇਨਾ ਇਸ ਵੇਲੇ। ਇਹ ਕੁਛ ਅਲੱਗ-ਅਲੱਗ ਡਾਇਮੈਂਸ਼ਨਸ ਤੋਂ ਅਸੀਂ ਇਹਨਾਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਦਿਆਂ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿਹਦੇ ਵਿੱਚ ਇਸ ਵੇਲੇ ਆਪਣੇ ਨਾਲ ਪੈਨਲ ਡਿਸਕਸ਼ਨ ਦੇ ਲਈ 3 ਖਾਸ ਪਰਸਨੈਲਿਟੀਜ਼ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਗੁਰਸ਼ਰਨ ਬੌਬੀ ਸਿੱਧੂ ਹੋਰੀ ਅਫਕੋਰਸ ਸਾਡੇ ਨਾਲ ਸਾਡੇ ਇਸ ਖਾਸ ਸੈਗਮੈਂਟ ਦੇ ਵਿੱਚ ਲੀਡ ਕਰਨਗੇ, ਨਾਲ ਦੀ ਨਾਲ ਮਨਨ ਗੁਪਤਾ ਜੀ ਹੋਣਗੇ ਅਤੇ ਸਰਬਜੀਤ ਸਰਾਂ ਹੋਰੀ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ। ਸੋ ਸਰਬਜੀਤ ਸਰਾਂ ਹੋਰੀ ਜਿੱਥੇ ਮੀਡੀਆ ਦੇ ਵਿੱਚ ਨਾਲ ਦੀ ਨਾਲ ਆਪਣੇ ਬਿਜ਼ਨਸ ਵਾਈਜ਼ ਰੀਅਲ ਸਟੇਟ ਦੀ ਇੰਡਸਟਰੀ ਦੀ ਗੱਲ ਕਰੀਏ ਅਤੇ ਨਾਲ ਹੀ ਪੋਲੀਟੀਕਲ ਹਲਕਿਆਂ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਜਿੱਥੇ ਕੰਜ਼ਰਵੇਟਿਵ ਪਾਰਟੀ ਜਾਂ PC ਪਾਰਟੀ ਦੇ ਨਾਲ ਵੀ ਆਪਣੇ ਤੌਰ 'ਤੇ ਐਸੋਸੀਏਟਿਡ ਰਹੇ ਨੇ, ਔਰ ਇਹਨਾਂ ਦਿਨਾਂ ਦੇ ਵਿੱਚ ਪੀਅਰ ਪੋਲੀਐਵ ਹੋਰੀ ਜਿਹੜੇ ਕਿ ਇਸ ਵੇਲੇ ਲੀਡਿੰਗ ਕੈਂਡੀਡੇਟ ਦੇ ਤੌਰ 'ਤੇ ਜਿਹਨਾਂ ਨੂੰ ਦੇਖਿਆ ਜਾ ਰਿਹਾ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ, ਉਹਨਾਂ ਦੇ ਨਾਲ ਵੀ ਕਾਫੀ ਕਲੋਜ਼ਲੀ ਕੰਮ ਕਰ ਰਹੇ ਸੀ। ਸੋ ਮੇਰੀ ਕੋਸ਼ਿਸ਼ ਸੀ, ਵੈਸੇ ਮੈਂ ਪੈਟਰਿਕ ਬਰਾਊਨ ਹੋਰਾਂ ਨੂੰ ਵੀ ਅੱਜ ਵੀ 2 ਵਾਰੀ ਟਰਾਈ ਕੀਤੀ ਸੀ ਕਿ ਮੇਰੀ ਉਹਨਾਂ ਨਾਲ ਡਾਇਰੈਕਟਲੀ ਵੀ ਗੱਲਬਾਤ ਹੋ ਸਕਦੀ ਹੁੰਦੀ, ਪਰ ਦੋਨੋਂ ਵਾਰ ਉਹਨਾਂ ਨੇ ਫੋਨ ਨਹੀਂ ਪਿਕ ਕੀਤਾ ਅਤੇ ਨਾ ਹੀ ਉਹਨਾਂ ਦੇ ਸਟਾਫ ਦੇ ਕਿਸੇ ਹੋਰ ਮੈਂਬਰ ਨਾਲ ਗੱਲ ਹੋ ਸਕੀ ਸੀ। ਸੋ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਟਰਾਈ ਵੀ ਜ਼ਰੂਰ ਕਰਾਂਗੇ ਇਨ ਫਿਊਚਰ ਲਈ ਵੀ, ਕੱਲ੍ਹ ਵਾਲੇ ਜਾਂ ਆਉਣ ਵਾਲੇ ਦਿਨਾਂ ਦੇ ਲਈ। ਗੁਰਸ਼ਰਨ ਬੌਬੀ ਸਿੱਧੂ ਹੋਰੀ ਜਿਹੜੇ ਕਰਨ ਦੇ ਵਿੱਚ ਮਾਹਰ ਨੇ, ਔਰ ਹਰ ਨੇੜੇ ਤੋਂ ਨੇੜੇ ਅਤੇ ਹਰ ਡੂੰਘੀ ਤੋਂ ਡੂੰਘੀ ਖਬਰ ਨੂੰ ਜਿਸ ਰੂਪ ਦੇ ਨਾਲ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ, ਆਈ ਐਮ ਸ਼ੋਰ ਕਿ ਤੁਸੀਂ ਅੱਜ ਦੀ ਗੱਲਬਾਤ ਲਈ ਵੀ ਉਹ ਜਿਹੜੇ ਪੱਖ ਨੇ, ਉਹ ਐਂਗਲ ਨੇ, ਉਹਨਾਂ ਨੂੰ ਸੁਣਨ ਦੇ ਲਈ ਇਸ ਵੇਲੇ ਇੰਤਜ਼ਾਰ ਕਰ ਰਹੇ ਹੋਵੋਗੇ। ਮਨਨ ਗੁਪਤਾ ਜੀ ਦੀ ਗੱਲ ਕਰੀਏ, ਮੀਡੀਆ ਦੇ ਵਿੱਚ ਵੀ ਔਰ ਭਾਈਚਾਰੇ ਦੇ ਵਿੱਚ ਸੋਸ਼ਲੀ ਅਤੇ ਪੋਲੀਟੀਕਲੀ ਲੰਬੇ ਸਮੇਂ ਤੋਂ ਵਿਚਰਦੇ ਆ ਰਹੇ ਨੇ, ਸੋ ਉਹਨਾਂ ਦੀ ਵੀ ਇੱਕ ਆਪਣੀ ਤਿਰਛੀ ਨਜ਼ਰ ਹੁੰਦੀ ਹੈ ਹਮੇਸ਼ਾ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ, ਔਰ ਇਹ ਬਹੁਤ ਇੰਪੋਰਟੈਂਟ, ਬੜਾ ਖਾਸ, ਬੜਾ ਵੱਡਾ ਅਪਡੇਟ ਦੇ ਰੂਪ ਦੇ ਵਿੱਚ ਸਾਡੀ ਇਸ ਖਬਰ ਨੂੰ ਦੇਖਿਆ ਜਾਣਾ ਚਾਹੀਦਾ। ਸੋ ਸਾਡੀ ਕੋਸ਼ਿਸ਼ ਸੀ ਐਜ਼ ਏ ਟੀਮ ਕਿ ਅਸੀਂ ਇਸ ਗੱਲਬਾਤ ਨੂੰ ਪੂਰਾ ਇਹਦੀਆਂ ਅੰਦਰਲੀਆਂ ਤਹਿਾਂ ਤੱਕ ਫਰੋਲਣ ਦੀ ਕੋਸ਼ਿਸ਼ ਕਰੀਏ ਅਤੇ ਸਾਡੇ ਲਿਸਨਰਸ ਤੱਕ ਇਹੋ ਜਿਹੀ ਜਾਣਕਾਰੀ ਪਹੁੰਚਦੀ ਕਰੀਏ ਜਿਹੜੀ ਸ਼ਾਇਦ ਉਹ ਸੁਣਨਾ ਚਾਹੁੰਦੇ ਹੋਣ। ਸੋ ਆ ਜਾਓ ਆਪਾਂ ਸਾਡੇ ਨਾਲ ਤਿੰਨੋਂ ਮਹਿਮਾਨਾਂ ਨੂੰ 1 by 1 ਔਨ ਏਅਰ ਵੀ ਕਰਾਂਗੇ ਅਤੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਅਤੇ ਜੇਕਰ ਤੁਹਾਡੇ ਵੀ ਕੋਈ ਸਵਾਲ ਹੋਏ ਪਹਿਲਾਂ 15-20 ਮਿੰਟ ਅਸੀਂ ਆਪਣੇ ਤੌਰ 'ਤੇ ਗੱਲ ਕਰਾਂਗੇ, ਜੇ ਬਾਅਦ ਵਿੱਚ ਕਿਸੇ ਨੇ ਕਾਲ ਕਰਨੀ ਹੋਈ ਤਾਂ ਆਪਾਂ ਜ਼ਰੂਰ ਕੁਛ ਲਾਈਨਸ ਵੀ ਓਪਨ ਕਰਾਂਗੇ। ਸ਼ੁਰੂਆਤ ਕਰਦੇ ਹਾਂ ਗੁਰਸ਼ਰਨ ਬੌਬੀ ਸਿੱਧੂ ਹੋਰਾਂ ਦੇ ਸਵਾਗਤ ਦੇ ਨਾਲ। ਬੌਬੀ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਹਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਖੈਰ ਹਰਜਿੰਦਰ ਜੀ, ਸੋਚਿਆ ਤਾਂ ਸੀਗਾ ਕਿ ਅੱਜ ਪ੍ਰੋਗਰਾਮ ਵਧਾਈਆਂ ਦਾ ਕਰਾਂਗੇ, ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦੀ ਸ਼ਾਦੀ ਹੈ, ਪਰ ਜਿਸ ਸ਼ਹਿਰ ਵਿੱਚ ਰਹਿ ਰਹੇ ਹਾਂ ਉਹ 'ਚ ਬਹੁਤ ਡਿਵੈਲਪਮੈਂਟਸ ਹੋ ਰਹੀਆਂ ਆ, ਤਾਂ ਅੱਜ ਅਸੀਂ ਟੌਪਿਕ ਥੋੜ੍ਹਾ ਜਿਹਾ ਵੱਖਰਾ ਚੁਣਨਾ ਪਿਆ। ਪਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ, ਕਿਉਂਕਿ ਜ਼ਿਆਦਾਤਰ ਪੰਜਾਬੀ ਭਾਈਚਾਰੇ ਦੇ ਆ, ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸ਼ਾਦੀ ਕੱਲ੍ਹ ਹੋ ਜਾਣੀ ਆ, ਸਭ ਨੂੰ ਮੁਬਾਰਕਾਂ ਦਿੰਦਾ ਹੈ। ਬਿਲਕੁਲ ਸਰ, ਮੈਂ ਵੀ ਚਾਹੁੰਦਾ ਸੀ ਤੁਹਾਡੇ ਆਇਆਂ 'ਤੇ ਮੁਬਾਰਕਬਾਦ ਦੇਈਏ। ਮੈਂ ਵੀ ਵੇਟ ਕਰੀ ਬੈਠਾ ਸੀ, ਮੈਂ ਅਜੇ ਤੱਕ ਇੱਕ ਸ਼ਬਦ ਵੀ ਨਹੀਂ ਸਾਂਝਾ ਕੀਤਾ ਸੀ ਭਗਵੰਤ ਮਾਨ ਹੋਰਾਂ ਬਾਰੇ। ਚਲੋ ਖੈਰ, ਆਪਾਂ ਇਕੱਠੇ ਹੀ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ। ਮਨਨ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਅੱਜ ਦੇ ਸ਼ੋਅ ਦੇ ਵਿੱਚ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਗਿਲ ਸਾਹਿਬ, ਥੈਂਕ ਯੂ ਵੈਰੀ ਮਚ। ਔਰ ਪੈਨਲ ਦੇ ਵਿੱਚ ਬੌਬੀ ਸਿੱਧੂ ਜੀ ਔਰ ਸਰਬਜੀਤ ਸਰਾਜ ਜੀ ਵੀ ਨੇ, ਉਹਨਾਂ ਦਾ ਵੀ ਨਿੱਘਾ ਸਵਾਗਤ। ਔਰ ਡੈਫੀਨੇਟਲੀ ਮੁਬਾਰਕਾਂ ਦਾ ਸਿਲਸਿਲਾ ਤਾਂ ਪੰਜਾਬ ਦੇ ਵਿੱਚ ਚੱਲ ਹੀ ਰਿਹਾ, ਔਰ ਭਗਵੰਤ ਮਾਨ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ। ਲੇਕਿਨ ਸਾਡੇ ਇੱਥੋਂ ਦਾ ਸ਼ਹਿਰ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਇਸ ਵੇਲੇ ਖਤਰੇ ਦੀ ਘੰਟੀ ਵੱਜੀ ਹੋਈ ਹੈ, ਸੋ ਉਹਦੀ ਗੱਲਬਾਤ ਕਰਨੀ ਵੀ ਉਨੀ ਹੀ ਜ਼ਰੂਰੀ ਹੈ ਜੀ। ਬਿਲਕੁਲ ਠੀਕ ਹੈ। ਸੋ ਇਹਦੇ ਲਈ ਅਸੀਂ ਵੈਸੇ ਭਗਵੰਤ ਮਾਨ ਹੋਰਾਂ ਬਾਰੇ ਜਿੱਥੇ ਮੁਬਾਰਕਬਾਦ ਦੇ ਨਾਲ ਨਾਲ ਕਈ ਅਲੱਗ-ਅਲੱਗ ਤਰ੍ਹਾਂ ਦੀਆਂ ਲੋਕਾਂ ਦੇ ਜਦੋਂ ਮੈਸੇਜਿਸ ਵਗੈਰਾ ਦੇਖ ਰਹੇ ਹਾਂ, ਤਾਂ ਮੈਨੂੰ ਇਹ ਲੱਗਦਾ ਵੀ ਅਸੀਂ ਅੱਜ ਬਹੁਤੀ ਗੱਲ ਨਾ ਕਰਦੇ ਹੋਏ ਬਸ ਇੱਥੇ ਹੀ ਉਸ ਗੱਲ ਨੂੰ ਵਿਸ਼ਰਾਮ ਚਿੰਨ੍ਹ ਦੇ ਦਾਂਗੇ ਕਿ ਬਹੁਤ ਬਹੁਤ ਮੁਬਾਰਕਬਾਦ ਹੈ, ਔਰ ਹਰ ਬੰਦੇ ਦਾ ਆਪਣਾ ਰਾਈਟ ਹੈ, ਆਪਣਾ ਅਧਿਕਾਰ ਹੈ, ਆਪਣਾ ਪਰਿਵਾਰ ਹੈ, ਆਪਣੀ ਇੱਕ ਪਰਸਨਲ ਲਾਈਫ ਹੈ, ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ। ਔਰ ਇਸ ਕਦਰ ਦੇ ਨਾਲ ਹੀ ਅਸੀਂ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਵੀ ਹੋਰ ਨਿੱਜੀ ਲਾਈਫ ਦੇ ਵਿੱਚ ਜਿਹੜੇ ਜੁੜੇ ਹੋਏ ਕੰਮ ਹੁੰਦੇ ਨੇ ਉਹ ਕਰਦੇ ਹਾਂ।
ਸੋ ਭਗਵੰਤ ਮਾਨ ਹੋਰਾਂ ਦਾ ਆਪਣੀ ਲਾਈਫ ਦੇ ਉੱਪਰ, ਆਪਣੇ ਜੀਵਨ ਦੇ ਉੱਪਰ, ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਨਾਲ ਨਿਭਾਉਣਾ ਉਹ ਉਹਨਾਂ ਦਾ ਹੱਕ ਹੈ। ਉਸ ਹੱਕ ਨੂੰ ਨਾ ਅਸੀਂ ਕਿਤੇ ਕਿੰਤੂ ਪਰੰਤੂ ਕਰੀਏ, ਕਈ ਲੋਕ ਕਰ ਰਹੇ ਨੇ। ਸੋ ਇਸ ਗੱਲ ਦੇ ਲਈ ਅਸੀਂ ਬਹੁਤ ਬਹੁਤ ਮੁਬਾਰਕਬਾਦ ਦੇ ਨਾਲ ਅੱਜ ਇਸ ਗੱਲ ਨੂੰ ਇੱਥੇ ਹੀ ਰੋਕਦੇ ਹਾਂ ਤੇ ਕੋਸ਼ਿਸ਼ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ 'ਚ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਇਹਦੇ ਬਾਰੇ ਹੋਰ ਅਗਲੀ ਗੱਲਬਾਤ ਛੇੜੀਏ। ਪਰ ਜਿਵੇਂ ਮੰਨਣ ਜੀ ਨੇ ਗੱਲ ਕੀਤੀ ਕਿ ਸਾਡੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਪੈਟਰਿਕ ਬਰਾਊਨ ਹੋਰੀ, ਬੇਸ਼ੱਕ ਉਹ ਮੇਅਰ ਦੇ ਨਾਲ ਨਾਲ ਹੁਣ ਇਸ ਵੇਲੇ ਜ਼ਿਆਦਾ ਸੁਰਖੀਆਂ ਜਿਹੜੀਆਂ ਨੇ ਜੀ ਉਹ ਇਸ ਲਈ ਬਣੀਆਂ ਨੇ ਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਰੇਸ ਦੇ ਵਿੱਚ ਇਨਵੋਲਵਮੈਂਟ ਸੀ ਔਰ ਕਾਫੀ ਅਗਰੈਸਿਵ ਇਨਵੋਲਵਮੈਂਟ ਸੀ, ਉਹਦੇ ਉੱਪਰ ਜਿਹੜਾ ਵਿਸ਼ਰਾਮ ਚਿੰਨ੍ਹ ਲੱਗਿਆ ਉਹ ਇੱਕ ਵੱਡਾ ਵਿਸ਼ਾ ਬਣਿਆ। ਮੇਨ ਸਟਰੀਮ ਮੀਡੀਆ ਦੇ ਲਈ ਗੱਲ ਕਰੀਏ ਜਾਂ ਲੋਕਲ ਸਾਡੇ ਐਥਨਿਕ ਚੈਨਲਸ ਦੀ ਗੱਲ ਕਰੀਏ ਤੇ ਸਾਰੇ ਇਸ ਵੇਲੇ ਬੜਾ ਕਲੋਜ਼ਲੀ ਵਾਚ ਕਰ ਰਹੇ ਨੇ ਇਸ ਗੱਲਬਾਤ ਨੂੰ। ਮੇਰੇ ਨਾਲ ਸਰਬਜੀਤ ਸਰਾਂ ਹੋਰੀ ਵੀ ਨੇ। ਸਰਬਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਜੀ ਹਰਜਿੰਦਰ ਗਿੱਲ ਜੀ, ਤੁਹਾਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ, ਬੋਬੀ ਭਾਜੀ ਨੂੰ ਤੇ ਮੰਨਨ ਵੀਰ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਗੁੱਡ ਆਫਟਰਨੂਨ। ਵੈਰੀ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਰ। ਸੋ ਮੰਨਨ ਜੀ, ਤੁਹਾਡੇ ਤੋਂ ਮੈਂ ਕੁਇਕਲੀ ਇੱਕ ਵਾਰੀ ਪਹਿਲਾਂ ਓਪਨਿੰਗ ਰਿਮਾਰਕਸ ਲੈਣਾ ਚਾਹਾਂਗਾ, ਜਿਹੜਾ ਇਸ ਵੇਲੇ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਤੁਹਾਡੇ ਪਹਿਲਾਂ ਓਪਨਿੰਗ ਰਿਮਾਰਕਸ, ਫਿਰ ਸਰਬਜੀਤ ਸਰਾਂ ਹੋਰੀ ਤੇ ਫਿਰ ਉਸ ਤੋਂ ਬਾਅਦ ਬੋਬੀ ਹੋਰਾਂ ਦੇ ਕੋਲ ਚੱਲਾਂਗੇ। ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੀ ਜਿਹੜੀ ਅਪਡੇਟ ਆ ਰਹੀ ਹੈ ਇਸ ਵੇਲੇ? ਥੋੜ੍ਹਾ ਜਿਹਾ ਇਹਦੀ ਭੂਮਿਕਾ ਜੇ ਦੱਸਣਾ ਚਾਹੋ ਆਪਣੇ ਰੂਪ ਦੇ ਵਿੱਚ। ਬਿਲਕੁਲ ਜੀ, ਬੈਕਗਰਾਊਂਡ ਦੇ ਵਿੱਚ ਜੇ ਜਾਣਾ ਚਾਹੀਏ ਤੇ ਸਭ ਨੂੰ ਪਤਾ ਹੀ ਹੈ ਕਿ ਐਰਨ ਓਟੂਲ ਦੀ ਜਿਸ ਵੇਲੇ ਲੀਡਰਸ਼ਿਪ ਗਈ ਉਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਨਵੇਂ ਲੀਡਰ ਚੁਣਨ ਦਾ ਜਿਹੜਾ ਪ੍ਰੋਸੈਸ ਸ਼ੁਰੂਆਤ ਕੀਤਾ, ਜਿਹਦਾ ਸਮਾਪਨ 10 ਸਤੰਬਰ ਨੂੰ ਹੋਣਾ ਸੀ, ਹੁਣ ਤੋਂ 2 ਮਹੀਨੇ ਬਾਅਦ। ਉਹਦੇ ਵਿੱਚ 6 ਕੈਂਡੀਡੇਟ ਮੈਦਾਨ ਦੇ ਵਿੱਚ ਸੀਗੇ, ਜਿਨ੍ਹਾਂ ਵਿੱਚ ਪੀਅਰ ਪੋਲੀਏਵ, ਪੈਟਰਿਕ ਬਰਾਊਨ, ਜੌਨ ਸ਼ਿਰੇ, ਇਹਦੇ ਨਾਲ ਸਕਾਟ ਐਚਿਸਨ, ਲੈਸਲਿਨ ਲੂਇਸ ਔਰ ਰੋਮਨ ਬੌਬਰ। ਅੱਜ 6 ਜਾਣੇ ਵੈਰੀਫਾਈਡ ਕੈਂਡੀਡੇਟ ਸੀਗੇ। ਲੇਕਿਨ ਕੱਲ ਰਾਤ ਤੋਂ ਜਿਹੜੀਆਂ ਇਸ ਵੇਲੇ ਹੈਡਲਾਈਨਸ ਹਰ ਪਾਸੇ ਸਿਕਿਉਰ ਹੋ ਰਹੀਆਂ ਨੇ, ਛਾ ਰਹੀਆਂ ਨੇ, ਫਲੈਸ਼ ਹੋ ਰਹੀਆਂ ਨੇ, ਉਹਦੇ ਵਿੱਚ ਆ ਦੱਸਿਆ ਗਿਆ ਕਿ ਪੈਟਰਿਕ ਬਰਾਊਨ, ਉਹਨਾਂ ਦੀ ਲੀਡਰਸ਼ਿਪ ਜਿਹੜੀ ਕੈਂਡੀਡੇਸੀ ਸੀ, ਉਹਨੂੰ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜੇਸ਼ਨ ਕਮੇਟੀ ਹੈ, ਜਿਹਨੂੰ ਲਿਓਕ ਕਿਹਾ ਜਾਂਦਾ ਹੈ, ਉਹਨਾਂ ਨੇ ਕੁਝ ਫਾਈਨੈਂਸ਼ੀਅਲ ਇਰੈਗੂਲੈਰਿਟੀਜ਼ ਦੇ ਚੱਲਦੇ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ। ਸੋ ਇਹਨੂੰ ਲੈ ਕੇ ਕਾਫੀ ਸਾਰਾ ਇਸ ਵੇਲੇ ਪੋਲੀਟੀਕਲ ਸਿਆਸੀ ਜਿਹਨੂੰ ਕਹਿੰਦੇ ਭੂਕੰਪ ਆਇਆ ਹੋਇਆ ਹੈ ਕਿ ਉਹ ਕਿਹੜੇ ਕਾਰਨ ਸੀਗੇ। ਕਿਉਂਕਿ ਪੈਟਰਿਕ ਬਰਾਊਨ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬਹੁਤ ਹੀ ਸਾਨੂੰ ਉਹਨਾਂ ਨੂੰ ਡਿਊ ਪ੍ਰੋਸੈਸ ਨਹੀਂ ਦਿੱਤਾ ਗਿਆ, ਇਟ ਇਜ਼ ਐਨ ਅਨਡੈਮੋਕ੍ਰੈਟਿਕ ਬਿਹੇਵੀਅਰ, ਔਰ ਇਹਦਾ ਸਾਰਾ ਖਮਿਆਜਾ, ਸਾਰਾ ਨੁਕਸਾਨ ਕੰਜ਼ਰਵੇਟਿਵ ਪਾਰਟੀ ਨੂੰ ਹੋਏਗਾ। ਜੀ ਜੀ ਸਰਬਜੀਤ ਸਰਾਂ ਸਾਹਿਬ, ਤੁਸੀਂ ਕਾਫੀ ਨੇੜੇ ਤੋਂ ਇਸ ਇਲੈਕਸ਼ਨ ਦੇ ਨਾਲ ਜਿਹੜੀ ਲੀਡਰਸ਼ਿਪ ਰੇਸ ਹੈ, ਉਹਦੇ ਨਾਲ ਜੁੜੇ ਹੋਏ ਸੀ, ਔਰ ਵਿਸ਼ੇਸ਼ ਤੌਰ ਦੇ ਉੱਤੇ ਬੇਸ਼ੱਕ ਤੁਹਾਡਾ ਸੰਬੰਧ ਜਿਹੜਾ ਜੀ ਪੀਅਰ ਪੋਲੀਏਵ ਦੇ ਨਾਲ ਓਪਨਲੀ ਤੁਸੀਂ ਉਹਨਾਂ ਨੂੰ ਇੰਡੋਰਸ ਕਰ ਰਹੇ ਸੀ, ਸਪੋਰਟ ਕਰ ਰਹੇ ਸੀ, ਉਹਨਾਂ ਦੇ ਲਈ ਕੰਮ ਕਰ ਰਹੇ ਸੀ ਵੱਖ-ਵੱਖ ਏਰੀਆਜ਼ ਦੇ ਵਿੱਚ ਜਾ ਕੇ। ਤੁਸੀਂ ਐਜ਼ ਅ ਪੀਅਰ ਪੋਲੀਏਵ ਸਪੋਰਟਰ ਕਹਿ ਲਈਏ ਜਾਂ ਕੰਜ਼ਰਵੇਟਿਵ ਪਾਰਟੀ ਦੇ ਨਾਲ ਐਸੋਸੀਏਟਡ ਹੋਣ ਨਾਤੇ ਇਸ ਸਾਰੀ ਗੱਲਬਾਤ ਨੂੰ ਕਿਵੇਂ ਓਬਜ਼ਰਵ ਕਰ ਰਹੇ ਹੋ? ਜੀ ਗਿੱਲ ਸਾਹਿਬ, ਮੈਂ ਫਸਟ ਆਫ ਆਲ ਸਟਾਰਟ ਤੇ ਆਪਾਂ ਇੱਥੇ ਕਰਨਾ ਵੀ ਆਪਾਂ ਇਸ ਡੈਮੋਕ੍ਰੈਟਿਕ ਸਿਸਟਮ ਦਾ ਸਾਰੇ ਜਣੇ ਬਹੁਤ ਸਤਿਕਾਰ ਕਰਦੇ ਹਾਂ, ਔਰ ਜਿਹੜੇ ਵੀ ਪਾਰਟੀ ਦੇ ਫੈਸਲੇ ਨੇ ਉਹ ਸਦਾ ਹੀ ਸਤਿਕਾਰਤ ਹੁੰਦੇ ਨੇ। ਸੋ ਵੀ ਸਟਿਲ ਹੈਵ ਰਿਸਪੈਕਟ ਫॉर ਆਲ 6 ਕੈਂਡੀਡੇਟਸ। ਜਿਹੜਾ ਵੀ ਰਾਤ ਫੈਸਲਾ ਕੀਤਾ ਕਮੇਟੀ ਨੇ, ਉਹਨੂੰ ਵੀ ਪਾਰਟੀ ਦਾ ਮੁੱਖ ਫੈਸਲਾ ਹੀ ਮੰਨਿਆ ਜਾ ਰਿਹਾ। ਸੋ ਇਹਦੇ ਵਿੱਚ ਡੈਮੋਕ੍ਰੇਸੀ ਦੀ ਰਿਸਪੈਕਟ ਕਰਦੇ ਹਾਂ, ਜਾਂ ਪਾਰਟੀ ਦੇ ਜਿਹੜੇ ਮੁੱਖ ਅਹੁਦੇਦਾਰ ਨੇ ਉਹਨਾਂ ਨੇ ਫੈਸਲਾ ਲਿਆ। ਤੇ ਰਾਤ 10:55 ਤੇ ਜਿਹੜੀ ਇਹ ਈਮੇਲ ਆਈ ਹੈ ਮੈਂਬਰਸ ਨੂੰ, ਖਬਰ ਆਈ ਹੈਗੀ ਹੈ, ਵਾਕਿਆ ਇਹ ਬੜੀ ਵੱਡੀ ਖਬਰ ਹੈ। ਸੋ ਵੀ ਆਲ ਸ਼ੁੱਡ ਰਿਸਪੈਕਟ ਆਰ ਪਾਰਟੀ, ਵੀ ਆਲ ਸ਼ੁੱਡ ਰਿਸਪੈਕਟ ਆਰ ਪਾਰਟੀ ਡਿਸੀਜ਼ਨ। ਸੋ ਨੈਕਸਟ ਕਰਦੇ ਹਾਂ ਜੀ, ਜਿਹੜੀ ਵੀ ਗੱਲਬਾਤ ਹੈਗੀ, ਕੰਸਰਨ ਨੇ, ਸੁਝਾਅ ਨੇ, ਆਪਣੇ ਆਪਣੇ ਮਨ ਦੀ ਕਰਦੇ ਹਾਂ ਗੱਲ। ਜੀ ਬਾਬੂ ਜੀ, ਤੁਸੀਂ ਇਸ ਸਾਰੀ ਅਪਡੇਟ ਨੂੰ ਕਿੰਨਾ ਕੁ ਇੰਪੋਰਟੈਂਟ ਮੰਨਦੇ ਹੋ, ਕਿੰਨਾ ਕੁ ਸੀਰੀਅਸ ਮੰਨਦੇ ਹੋ, ਕਿੰਨਾ ਕੁ ਇਹ ਲਾਜ਼ਮੀ ਹੈ ਕਿ ਇਹ ਖਬਰ ਵੱਡੇ ਪੱਧਰ ਦੇ ਉੱਪਰ ਡਿਸਕਸ਼ਨ ਦਾ ਵਿਸ਼ਾ ਬਣਨੀ ਚਾਹੀਦੀ ਸੀ, ਜਾਂ ਇਹ ਆਮ ਖਬਰਾਂ ਦੀ ਤਰ੍ਹਾਂ ਖਬਰ ਹੀ ਹੈ? ਤੁਹਾਡੀ ਇੱਥੋਂ ਓਪਨਿੰਗ ਜੇ ਮੈਂ ਲਵਾਂ। ਦੇਖੋ ਹਰਜਿੰਦਰ ਜੀ, ਖਬਰ ਤਾਂ ਬਹੁਤ ਵੱਡੀ ਆ, ਕਿਉਂਕਿ ਇਹ ਲੀਡਰਸ਼ਿਪ ਰੇਸ ਦਾ ਸੰਭਾਵਿਤ ਪ੍ਰਧਾਨ ਮੰਤਰੀ ਵੀ ਕੰਟਰੀ ਦਾ ਹੋ ਸਕਦਾ ਆ। ਲੋਕਾਂ ਨੂੰ ਹੈਗਾ ਕਿ ਜਦ ਇਲੈਕਸ਼ਨ ਦੇ ਵਿੱਚ ਕੁਝ ਹੁੰਦਾ ਹੈ ਤੇ ਕੰਜ਼ਰਵੇਟਿਵ ਪਾਰਟੀ ਹੀ ਟੱਕਰ ਦੇ ਸਕਦੀ ਹੈ ਜਸਟਿਨ ਟਰੂਡੋ ਨੂੰ। ਸੋ ਖਬਰ ਬਹੁਤ ਵੱਡੀ ਆ ਤੇ ਕਵਰੇਜ ਵੀ ਬਹੁਤ ਹੋ ਰਹੀ ਆ। ਤੇ ਪੈਟਰਿਕ ਬਰਾਊਨ ਹੋਣਾ ਦੇ ਖਿਲਾਫ ਜੋ ਪਾਰਟੀ ਨੇ ਫੈਸਲਾ ਲਿਆ ਆ, ਮੈਂ ਉਹਨਾਂ ਦੀ ਵੀ ਸਟੇਟਮੈਂਟ ਸੁਣੀ ਆ ਅੱਜ ਪ੍ਰੈਸ ਨੂੰ, ਉਹਨਾਂ ਨੇ ਕੁਝ ਇੰਟਰਵਿਊਜ਼ ਵੀ ਦਿੱਤੀਆਂ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਵਕੀਲਾਂ ਨਾਲ ਸਲਾਹ ਕਰ ਰਿਹਾ ਆ, ਪਰ ਨਾਲ ਉਹਨਾਂ ਨੇ ਵੀ ਕਿਤੇ ਇਸ਼ਾਰਾ ਦੇ ਦਿੱਤਾ ਕਿ ਸ਼ਾਇਦ ਕਾਮਯਾਬੀ ਨਹੀਂ ਹੋਏਗੀ। ਤੇ ਹਰਜਿੰਦਰ ਜੀ, ਕਾਮਯਾਬੀ ਨਾ ਹੋਣ ਦੇ ਕਈ ਕਾਰਨ ਹੈ ਜੇ ਉਹ ਇਹਨੂੰ ਚੈਲੰਜ ਕਰਦੇ ਆ। ਜੇ ਕੋਈ ਪ੍ਰੈਜ਼ੀਡੈਂਟ ਜੋ ਸੈੱਟ ਹੋ ਚੁੱਕਾ ਹੈ, ਜਦੋਂ ਖੁਦ ਪਾਰਟੀ ਦੇ ਲੀਡਰ ਹੁੰਦੇ ਸੀਗੇ, ਮੈਨੂੰ ਯਾਦ ਆ ਕਈ ਨੋਮੀਨੇਸ਼ਨਸ ਉਦੋਂ ਚਰਚਾਵਾਂ ਦੇ ਵਿੱਚ ਆਈਆਂ ਸੀ, ਜਿੱਥੇ ਕੈਂਡੀਡੇਟਸ ਨੇ ਕੰਪਲੇਨ ਕੀਤਾ ਸੀ ਧੱਕਾ ਹੋਇਆ, ਉਹਨਾਂ ਦਾ ਫੇਅਰ ਰਾਈਟ ਨਹੀਂ ਮਿਲਿਆ ਉਹਨਾਂ ਨੂੰ। ਤੇ ਪਾਰਟੀ ਦੇ ਡਿਫੈਂਸ ਵਿੱਚ ਜੋ ਗੱਲ ਆਈ ਸੀ ਤਾਂ ਉਦੋਂ ਮੈਨੂੰ ਇੱਕ ਜੱਜਮੈਂਟ ਖੁਦ ਯਾਦ ਆ, ਉਹ 'ਚ ਪਾਰਟੀ ਦੀ ਜਿਹੜੀ
ਬਤੌਰ ਪੈਟਰਿਕ ਬਰਾਊਨ ਦੀ ਲੀਡਰਸ਼ਿਪ ਜਵਾਬ ਇਹ ਆਇਆ ਸੀ ਕਿ ਪਾਰਟੀ ਜਿਹੜੀ ਆ ਇਹ ਇੱਕ ਪ੍ਰਾਈਵੇਟ ਐਂਟੀਟੀ ਆ, ਅਸੀਂ ਆਪਣੇ ਫੈਸਲੇ ਕਿਵੇਂ ਕਰਨੇ ਆ, ਸਾਨੂੰ ਹੱਕ ਆ, ਅਸੀਂ ਕਿਸ ਨੂੰ ਜਵਾਬ ਦੇ ਨਹੀਂ ਹੈਗੇ। ਠੀਕ ਹੈ। ਇਹ ਹੁਣ ਕਈ ਵਾਰੀ ਤੁਹਾਨੂੰ ਪਤਾ ਕਿ ਹੁਣ ਇਹਨਾਂ ਤੇ ਖੁਦ ਦੀ ਬੀਤੀ ਆ, ਤੇ ਮੈਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਡਿਊ ਪ੍ਰੋਸੈਸ ਨਹੀਂ ਮਿਲਿਆ, ਉਹਨਾਂ ਦੀ ਸੁਣਵਾਈ ਨਹੀਂ ਹੋਈ। ਪਰ ਮੇਰਾ ਮੰਨਣਾ ਆ ਕਿ ਰਾਜ ਨਹੀਂ ਹੋਇਆ। ਜਿਮ ਕਰਹਾਲਿਸ ਪਹਿਲਾਂ ਲੀਡਰਸ਼ਿਪ ਲੜਨਾ ਚਾਹੁੰਦੇ ਸੀ, ਉਹਨਾਂ ਨੂੰ ਕੱਟਿਆ ਗਿਆ ਸੀ ਪ੍ਰੋਵਿੰਸ਼ਲੀ। ਬਹੁਤ ਵਾਰੀ ਇਹ ਹੁੰਦਾ ਰਿਹਾ ਆ ਤੇ ਗਾਂ ਵੀ ਹੁੰਦਾ ਰਹਿਣਾ ਹਰ ਇੱਕ। ਪਰ ਇਹ ਹੈ ਕਿ ਪੈਟਰਿਕ ਬਰਾਊਨ ਉਹਨਾਂ ਨੇ 1.5 ਲੱਖ ਮੈਂਬਰ ਸਾਈਨ ਕੀਤਾ ਸੀ, ਅਨਪ੍ਰੈਜ਼ੀਡੈਂਟ ਨੰਬਰ ਆ। ਪੀਅਰ ਪੋਲੀਵਰ ਨੇ ਉਹਨਾਂ ਨੇ 3 ਲੱਖ ਤੋਂ ਉੱਪਰ ਕੀਤਾ ਆ। ਆਮ ਲੀਡਰਸ਼ਿਪ ਵਿੱਚ ਜੇ ਕੋਈ 1.5 ਲੱਖ ਮੈਂਬਰ ਕਿਸੇ ਸਾਈਨ ਕੀਤਾ ਹੋਵੇ ਤਾਂ ਉਹ ਆਲਮੋਸਟ ਜੇਤੂ ਹੀ ਕਹਿੰਦਾ। ਕੋਈ 1.5 ਲੱਖ ਕਿਸੇ ਨੇ ਅੱਜ ਤੱਕ ਸਾਈਨ ਹੀ ਨਹੀਂ ਕੀਤਾ ਹੋਰ ਕਿਸੇ ਨੇ। ਤਾਂ ਬਹੁਤ ਵੱਡੀ ਖਬਰ ਆ ਤੇ ਇਹਦਾ ਬਰੈਂਪਟਨ 'ਚ ਵੀ ਕਾਫੀ ਇੰਪੈਕਟ ਹੈ। ਤੇ ਤਾਂ ਹੀ ਉਹ ਅੱਜ ਕੌਂਸਲਰ ਨੇ ਪ੍ਰੈਸ ਕਾਨਫਰੰਸ। ਸੋ ਅੱਛਾ, ਜਿਹੜੀ ਪ੍ਰੈਸ ਕਾਨਫਰੰਸ ਦੀ ਜੇ ਥੋੜ੍ਹੀ ਜਿਹੀ ਬਰੀਫ ਦੇਣਾ ਚਾਹੋ ਇਸ ਵੇਲੇ, ਕੀ ਉਹਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਕਿਸ ਤਰ੍ਹਾਂ ਦਾ ਜਿਹੜਾ ਰੁਖ ਸੀਗਾ ਜੀ ਪ੍ਰੈਸ ਕਾਨਫਰੰਸ ਦਾ? ਦੇਖੋ, ਪ੍ਰੈਸ ਕਾਨਫਰੰਸ ਵਿੱਚ ਇੱਕ ਉਹਨਾਂ ਨੇ ਇਸ਼ੂ ਇਹ ਰੇਜ਼ ਕੀਤਾ ਕਿ ਪੈਟਰਿਕ ਬਰਾਊਨ ਹੁਣੀ ਜਦ ਦੇ ਦਸੰਬਰ ਦੇ ਵਿੱਚ ਲੀਡਰਸ਼ਿਪ ਰੇਸ 'ਚ ਆਇਆ ਤੇ ਐਬਸੈਂਟੀ ਇਹਨਾਂ ਨੇ ਸ਼ਹਿਰ ਦੇ ਬਹੁਤ ਕੰਮ ਕਾਰ ਜਿਹੜੇ ਆ ਉਹ ਪਿੱਛੇ ਰਹਿ ਗਏ ਆ। ਖਾਸ ਕਰਕੇ ਕੋਵਿਡ ਤੋਂ ਬਾਅਦ ਜੋ ਲੋਕਾਂ ਨੇ ਆਪਣੇ ਜਿਹੜੇ ਕੰਮ ਕਾਰ ਸ਼ੁਰੂ ਕਰਨੇ ਸੀ, ਉਹਨਾਂ ਦੇ ਕਈ ਕਿਸੇ ਨੇ ਆਪਣੀਆਂ ਕਲੀਅਰੈਂਸਿਸ ਲੈਣੀਆਂ ਸੀ ਤੇ ਕਾਊਂਸਲ ਦੀ ਮੀਟਿੰਗਸ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀਆਂ, ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਸ਼ਰਮੇਨ ਉਹਨਾਂ ਦੇ ਜਾਣ ਤੋਂ ਬਾਅਦ ਇਸ ਵੇਲੇ ਡਿਵਾਈਡਡ ਕਾਊਂਸਲ ਆ, 10 ਮੈਂਬਰ ਆ ਤੇ ਮੇਅਰ ਹੀ ਕਾਊਂਸਲ ਮੀਟਿੰਗ ਕਾਲ ਕਰ ਸਕਦੇ। ਅੱਜ ਵੀ ਕਾਊਂਸਲ ਮੀਟਿੰਗ ਜਿਹੜੀ ਕੈਂਸਲ ਹੋ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਬਿਹਤਰ ਹੁੰਦਾ ਕਿ ਪੈਟਰਿਕ ਬਰਾਊਨ ਛੁੱਟੀ ਲੈ ਲੈਂਦੇ, ਲੀਵ ਆਫ ਐਬਸੈਂਸ ਤੇ ਚਲੇ ਜਾਂਦੇ ਲੀਡਰਸ਼ਿਪ ਰੇਸ ਦੇ ਵਿੱਚ, ਤੇ ਤਾਂ ਕਿ ਬਿਜ਼ਨਸ ਆ ਉਹ ਤੇ ਕੋਈ ਇਫੈਕਟ ਨਾ ਹੁੰਦਾ। ਅੱਗਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਅੱਜ ਐਲੀਗੇਸ਼ਨ ਲੱਗੇ ਨੇ ਸਿਟੀ ਦੇ ਵਿੱਚ, ਸਾਨੂੰ ਪਹਿਲਾਂ ਹੀ ਪਤਾ ਕਿਉਂਕਿ ਇਹੋ ਜਿਹੀਆਂ ਕਈ ਸਾਨੂੰ ਸ਼ਿਕਾਇਤਾਂ ਆਈਆਂ ਕਿ ਸਿਟੀ ਵਿੱਚ ਵੀ ਕਾਫੀ ਇਹੋ ਜਿਹੇ ਐਲੀਗੇਸ਼ਨ ਹੈਗੇ ਨੇ ਜਿਹਦੇ ਵਿੱਚ ਫੰਡਸ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਮੇਅਰ ਜਾਂ ਉਹਨਾਂ ਦੇ ਸਾਥੀਆਂ ਤੇ ਵੀ ਆਰੋਪ ਲੱਗੇ ਨੇ, ਜਿਵੇਂ ਕਿ ਇੱਕ ਯੂਨੀਵਰਸਿਟੀ ਦੀ ਫੰਡਿੰਗ ਕਰਕੇ ਤੁਹਾਨੂੰ ਪਤਾ ਹੈ ਕੋਈ 6.25 ਲੱਖ ਦੀ ਗ੍ਰਾਂਟ ਕੋਈ ਕਿਸੇ ਨੂੰ ਦਿੱਤੀ ਗਈ ਆ, ਕਿਸੇ ਨੂੰ ਫੰਡਿੰਗ ਕੀਤੀ ਗਈ ਆ। ਉਹ ਇਹੋ ਜਿਹੀ ਕਈ ਗੱਲਾਂ ਆ ਤੇ ਕਿ ਫੋਰੈਂਸਿਕ ਕਾਊਂਟਿੰਗ ਵੀ ਅਗਸਤ ਤੱਕ ਆ ਸਕਦੀ ਆ। ਸੋ ਬੇਸਿਕਲੀ ਕਾਊਂਸਲਰਸ ਦਾ ਕਹਿਣਾ ਇਹੀ ਆ ਕਿ ਸਿਟੀ ਨੂੰ ਅਫੈਕਟ ਹੋ ਰਿਹਾ ਆ। ਉਹਨਾਂ ਨੇ ਇਹ ਵੀ ਕਿਹਾ ਆ ਕਿ ਸ਼ਹਿਰ ਦੇ ਰਿਸੋਰਸਿਸ ਫੈਡਰਲ ਲੀਡਰਸ਼ਿਪ ਰੇਸ 'ਚ ਲਾਏ ਜਾ ਰਹੇ ਆ। ਜਿਸ ਤਰ੍ਹਾਂ ਕਿ ਅੱਜ ਵੀ ਉਹਨਾਂ ਨੇ ਕਿਹਾ ਕਿ ਪੈਟਰਿਕ ਬਰਾਊਨ ਨੇ ਜਿਹੜੀ ਪ੍ਰੈਸ ਨੂੰ ਸੰਬੋਧਨ ਕੀਤਾ ਆ, ਸਿਟੀ ਰਿਸੋਰਸਿਸ ਯੂਜ਼ ਕੀਤੇ ਆ, ਚਾਹੇ ਸਿਟੀ ਹਾਲ ਦੇ ਕੀਤੀਆਂ, ਸਿਟੀ ਦਾ ਸਟਾਫ ਵਰਤਿਆ ਗਿਆ, ਸਭ ਕੁਝ ਕੀਤਾ ਗਿਆ। ਗਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਪੀਟਰ ਮਕੇ ਦੀ ਲੀਡਰਸ਼ਿਪ ਸੀ ਉਦੋਂ ਵੀ ਸਿਟੀ ਦੇ ਰਿਸੋਰਸਿਸ ਵਰਤੇ ਗਏ ਆ ਤੇ ਉਹਦੀ ਵੀ ਜਿਹੜੇ ਤਹਿਕੀਕਾਤ ਹੋਣੀ ਚਾਹੀਦੀ ਆ। ਸੋ ਐਲੀਗੇਸ਼ਨ ਬੜੇ ਗੰਭੀਰ ਨੇ ਤੇ ਹੁਣ ਦੇਖਣਾ ਪਏਗਾ ਕਿ ਪੈਟਰਿਕ ਬਰਾਊਨ ਕਿਵੇਂ ਉਹਨਾਂ ਦਾ ਜਵਾਬ ਦਿੰਦੇ, ਕਿਉਂਕਿ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹਲੇ। ਇਹ ਸਾਰੇ ਐਲੀਗੇਸ਼ਨ ਨੇ ਬਾਈ ਦਾ ਵੇ। ਪਰ ਹਾਂ, ਇੰਨਾ ਮੈਂ ਜ਼ਰੂਰ ਮੰਨਦਾ ਆ ਕਿ ਪਾਰਟੀ ਨੇ ਜੋ ਫੈਸਲਾ ਲੈ ਲਿਆ ਸਹੀ ਆ ਗਲਤ ਹੈ ਉਹ ਤੇ ਡਿਬੇਟ ਹੋ ਸਕਦੀ ਆ, ਪਰ ਉਹ ਲੀਗਲ ਚੈਲੰਜ ਵੀ ਜੇ ਹੋ ਜਾਏਗਾ ਤੇ ਉਹ ਤੇ ਸਫਲਤਾ ਨਹੀਂ ਕਿਸੇ ਨੂੰ ਮਿਲੇਗੀ। ਮਨਨ ਜੀ, ਤੁਸੀਂ ਮਿਊਨਿਸਪਲ ਪੋਲਿਟਿਕਸ ਨੂੰ ਬਹੁਤ ਨੇੜੇ ਤੋਂ ਦੇਖਦੇ ਰਹੇ ਹੋ ਔਰ ਖੁਦ ਤੁਸੀਂ ਇਨਵੋਲਵ ਵੀ ਰਹੇ ਹੋ ਕਾਫੀ ਨੇੜੇ ਤੋਂ। ਤੁਸੀਂ ਕਿਵੇਂ ਸੋਚਦੇ ਹੋ, ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਪੈਟਰਿਕ ਬਰਾਊਨ ਦੇ ਉੱਪਰ ਜਿੱਥੇ ਚਾਹੇ ਤਾਂ ਬੇਸ਼ੱਕ ਲੀਡਰਸ਼ਿਪ ਰੇਸ ਦੇ ਐਲੀਗੇਸ਼ਨਸ ਨੇ ਜਾਂ ਫਿਰ ਹੁਣ ਕੌਂਸਲ ਮੈਂਬਰਸ ਦੇ ਵੱਲੋਂ ਜਿਹੜੇ ਐਲੀਗੇਸ਼ਨਸ ਲਗਾਏ ਜਾ ਰਹੇ ਨੇ, ਤੁਹਾਡੀ ਕੀ ਇਹਦੇ ਬਾਰੇ ਪ੍ਰਤੀਕਿਰਿਆ? ਦੇਖੋ, ਬਰੈਂਪਟਨ ਦਾ ਬੜਾ ਦੁਖਾਂਤ ਰਿਹਾ ਹੈ ਗਿੱਲ ਸਾਹਿਬ ਕਿ ਜਿਹੜੀ ਕਾਉਂਸਿਲ ਹੈ ਉਹ ਪਿਛਲੇ 10-12 ਸਾਲਾਂ ਤੋਂ ਲਗਾਤਾਰ ਵੰਡੀ ਹੋਈ ਨਜ਼ਰ ਆ ਰਹੀ ਹੈ। ਸੂਜ਼ਨ ਫੈਨਲ ਉਹਨਾਂ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਲਿੰਡਾ ਜੈਫਰੀ ਉਹਨਾਂ ਦੀ ਮੇਅਰਸ਼ਿਪ ਦੇ ਦੌਰਾਨ ਸ਼ਾਇਦ ਬਰੈਂਪਟਨ ਅੱਗੇ ਮੂਵ ਕਰੇ, ਲੇਕਿਨ ਉਹ ਜਿਹੜਾ ਉਮੀਦਾਂ ਤੇ ਪਾਣੀ ਉਦੋਂ ਵੀ ਫਿਰਦਾ ਰਿਹਾ। 2018 ਵਿੱਚ ਪੈਟਰਿਕ ਬਰਾਊਨ ਨੂੰ ਮੌਕਾ ਮਿਲਿਆ ਇੱਕ ਨਵੀਆਂ ਸਿਰਿਓਂ ਰੀਫਰੈਸ਼ ਕਾਉਂਸਿਲ ਦੇ ਨਾਲ ਕੰਮ ਕਰਨ ਦਾ। ਸ਼ੁਰੂਆਤੀ 6-8 ਮਹੀਨੇ ਹਨੀਮੂਨ ਪੀਰੀਅਡ ਦੇ ਤਾਂ ਵਧੀਆ ਲੰਘੇ, ਲੇਕਿਨ ਉਸ ਤੋਂ ਬਾਅਦ ਫੇਰ ਜਿਹੜੀ ਕਾਉਂਸਿਲ ਸੀਗੀ ਉਹ ਵੰਡੀ ਗਈ 6-5 ਦੇ ਫੈਸਲਿਆਂ ਦੇ ਵਿੱਚ। ਹੁਣ ਜਿਹੜਾ ਲੇਟੈਸਟ ਆ ਸਾਰਾ ਜਿਹੜੇ ਸਾਰੀਆਂ ਜਿਹੜੀਆਂ ਐਲੀਗੇਸ਼ਨਸ ਲੱਗ ਰਹੇ ਨੇ ਆ, ਕੋਈ ਨਵੇਂ ਐਲੀਗੇਸ਼ਨਸ ਨਹੀਂ ਹੈਗੇ। ਨੈਪੋਟਿਜ਼ਮ ਨੂੰ ਲੈ ਕੇ, ਕੰਟਰੈਕਟਸ ਆਪਣੇ ਮਨਪਸੰਦ ਲੋਕਾਂ ਨੂੰ ਦੇਣਾ, ਅਨਕੁਆਲੀਫਾਈਡ ਲੋਕਾਂ ਦੇ ਨਾਲ ਉਹਨਾਂ ਨੂੰ ਹਾਇਰ ਕਰਨਾ ਵੱਡੀਆਂ ਪੋਜੀਸ਼ਨਾਂ ਤੇ 6 ਫਿਗਰ ਸੈਲਰੀਜ਼ ਦੇ ਉੱਤੇ। ਔਰ ਜਿਸ ਤਰ੍ਹਾਂ ਹੁਣੀ ਬੌਬੀ ਜੀ ਨੇ ਦੱਸਿਆ ਕਿ ਪੀਟਰ ਮਕੇ ਉਹਨਾਂ ਦੀ ਕੈਂਪੇਨ ਜਿਹੜੀ 2 ਸਾਲ ਪਹਿਲਾਂ ਲੀਡਰਸ਼ਿਪ ਉਹਨਾਂ ਨੇ ਲੜੀ ਸੀ, ਉਸ ਦੌਰਾਨ ਵੀ ਨਿੱਕੀ ਕੌਰ ਜਿਹੜੇ ਡਾਇਰੈਕਟਰ ਨੇ ਸਿਟੀ ਆਫ ਬਰੈਂਪਟਨ ਦੇ, ਉਹਨਾਂ ਨੇ ਵੀ ਇਲਜ਼ਾਮ ਲਗਾਏ ਸੀ ਕਿ ਕਿਸ ਤਰ੍ਹਾਂ ਪੈਟਰਿਕ ਬਰਾਊਨ ਉਹਨਾਂ ਤੋਂ ਪੁਸ਼ ਕਰ ਰਹੇ ਨੇ ਮੈਂਬਰਸ਼ਿਪ ਨੂੰ ਹਾਇਰ ਕਰਨ ਦੇ, ਮੈਂਬਰਸ਼ਿਪ ਨੂੰ ਰਿਕਰੂਟ ਕਰਨ ਲਈ ਕੰਜ਼ਰਵੇਟਿਵ ਪਾਰਟੀ ਦੇ। ਸੋ ਐਲੀਗੇਸ਼ਨਸ ਨਵੇਂ ਨਹੀਂ ਹੈਗੇ, ਲੇਕਿਨ ਦੁੱਖ ਆ ਲੱਗ ਰਿਹਾ ਹੈ ਕਿ ਜਿਹੜੇ ਬਰੈਂਪਟਨ ਦੇ ਇਸ਼ੂਜ਼ ਨੇ, ਬਰੈਂਪਟਨ ਨੂੰ ਜੇ ਅਸੀਂ ਅੱਗੇ ਲੈ ਕੇ ਜਾਣਾ ਹੈ, ਬਰੈਂਪਟਨ ਨੂੰ ਅਸੀਂ ਜੇ ਮੂਵ ਔਨ ਕਰਨਾ ਹੈ,
ਜੇ ਅਸੀਂ ਇੱਥੇ ਟੂ ਗੈਟ ਥਿੰਗਸ ਡਨ, ਕਾਉਂਸਲ ਦੀ ਮੀਟਿੰਗ ਤਾਂ ਹੋਣੀਆਂ ਜ਼ਰੂਰੀ ਨੇ ਨਾ। ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਬਾਈਪਾਸ ਕਰ ਸਕਦੇ ਹੋ, ਕਿਸ ਤਰ੍ਹਾਂ ਉਹਨਾਂ ਨੂੰ ਹਾਈਜੈਕ ਕਰ ਸਕਦੇ ਹੋ? ਪਿਛਲੇ 4 ਮੀਟਿੰਗ ਕੈਂਸਲ ਹੋ ਗਈਆਂ, ਅੱਜ ਜਿਹੜੀ ਮੀਟਿੰਗ ਹੋਣੀ ਸੀ ਉਹ ਵੀ ਓਵਰਨਾਈਟ ਫੈਸਲਾ ਮੇਅਰ ਦਾ ਆ ਗਿਆ ਕਿ ਨਹੀਂ ਜੀ ਮੀਟਿੰਗ ਨਹੀਂ ਕਰਨੀ। I don't think he has the exclusive right to derail the council। ਜਿਹੜਾ ਸਿਟੀ ਆਫ ਬਰੈਂਪਟਨ ਹੈ, 7.5-8 ਲੱਖ ਲੋਕ ਇੱਥੇ ਰਹਿੰਦੇ ਨੇ, ਉਹਨਾਂ ਦਾ ਫਿਊਚਰ ਇਹਦੇ ਉੱਤੇ ਡਿਪੈਂਡ ਹੈ। ਸਿਰਫ ਇੱਕ ਸ਼ਖਸ ਜਾ ਕੇ ਮੈਂ ਮਾਈ ਵੇ ਔਰ ਦਾ ਹਾਈਵੇ ਕਹੀ ਜਾਵੇ, ਉਹ ਕਿੱਥੋਂ ਤੱਕ ਜੈਨੂਇਨ ਹੈ? ਜੀ ਜੀ ਸਰਾਂ ਸਾਹਿਬ, ਤੁਹਾਡੇ ਕੋਲ ਆਉਂਦੇ ਆ। ਜਿਹੜਾ ਹੁਣ ਇਸ ਵੇਲੇ ਇੱਕ ਖਾਸ ਫੈਸਲਾ ਜਿਹੜਾ ਕਮੇਟੀ ਨੇ ਜਿਸ ਰੂਪ ਦੇ ਵਿੱਚ ਲਿਆ ਕਿ ਕੈਨੇਡੀਅਨ ਪੋਲੀਟਿਕਸ ਦਾ ਵੀ, ਜੇ ਆਪਾਂ ਉਹਦੀ ਮਰਿਆਦਾ ਦੀ ਗੱਲ ਕਰੀਏ, ਉਹਦੀ ਇੱਕ ਡਿਗਨਿਟੀ ਦੀ ਗੱਲ ਕਰੀਏ ਜਾਂ ਇੱਕ ਸਿਸਟਮ ਦੀ ਗੱਲ ਕਰੀਏ, ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਵਾਲ ਉੱਠਦੇ ਸੀ ਕਿ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਹਾਈਜੈਕ ਕੀਤਾ ਜਾ ਰਿਹਾ ਹੈ ਆਪੋ ਆਪਣੇ ਤਰੀਕੇ ਦੇ ਨਾਲ। ਜਦੋਂ ਆਪਾਂ ਨੋਮੀਨੇਸ਼ਨਸ ਦਾ ਜ਼ਿਕਰ ਛਿੜਦਾ ਕਿਤੇ ਜਾਂ ਮੈਂਬਰਸ਼ਿਪ ਦਾ ਜ਼ਿਕਰ ਛਿੜਦਾ, ਤਾਂ ਉਹਦੇ 'ਤੇ ਵੀ ਸਵਾਲੀਆ ਨਿਸ਼ਾਨ ਉੱਠਦੇ ਰਹੇ ਨੇ ਸਮੇਂ ਦੇ ਉੱਪਰ, ਔਰ ਇਸ ਵਾਰ ਵੀ ਉਹ ਸਵਾਲ ਉੱਠਦੇ ਸੀ। ਸੋ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਮੇਟੀ ਮੈਂਬਰ, ਤਕਰੀਬਨ ਜਿਹੜੇ 17 ਦੇ ਕਰੀਬ ਕਮੇਟੀ ਮੈਂਬਰ ਸੀ ਜਿਨ੍ਹਾਂ ਨੇ ਇਹ ਫੈਸਲਾ ਲੈਣਾ ਸੀ, ਕੀ ਆਧਾਰ ਬਣਿਆ ਅਤੇ ਕਿਸ ਤਰੀਕੇ ਦੇ ਨਾਲ ਇਹ ਸਾਰੀ ਐਗਜ਼ੀਕਿਊਸ਼ਨ ਹੋਈ ਹੈ? ਥੋੜ੍ਹਾ ਜਿਹਾ ਇੰਟਰਨਲ ਤੌਰ ਦੇ ਉੱਤੇ ਤੁਸੀਂ ਕਾਫੀ ਨੇੜੇ ਤੋਂ ਜਾਣਦੇ ਹੋਵੋਗੇ। ਜੀ ਗਿੱਲ ਸਾਹਿਬ, ਇਹ ਐਲੀਗੇਸ਼ਨ ਤਾਂ ਬਹੁਤ ਸੀਰੀਅਸ ਹੈ। ਜਿੱਦਾਂ ਮੰਨਨ ਜੀ ਨੇ ਕਿਹਾ ਵੀ ਇਹੋ ਜਿਹੇ ਐਲੀਗੇਸ਼ਨ ਲੱਗਦੇ ਰਹਿੰਦੇ ਨੇ, ਪਰ ਇਹ ਲੱਗਣੇ ਨਹੀਂ ਚਾਹੀਦੇ। ਇੱਕ ਪੋਲੀਟੀਕਲ ਬੈਲੈਂਸ ਹੁੰਦਾ, ਉਹ ਸਦਾ ਰਹਿਣਾ ਚਾਹੀਦਾ ਹੈਗਾ। ਸੋ ਜੇ ਐਲੀਗੇਸ਼ਨ ਲੱਗੇ ਨੇ, ਉਹ ਇੱਕ ਦਿਨ ਦੇ ਵਿੱਚ ਤੇ ਰਾਈਜ਼ ਐਲੀਗੇਸ਼ਨ ਹੋਏ ਨਹੀਂ ਹੈਗੇ। ਸੋ ਐਲੀਗੇਸ਼ਨਸ ਜਦੋਂ ਲੀਡਰਸ਼ਿਪ ਰਹੀ ਸਟਾਰਟ ਹੋਈ ਆ, ਉਸ ਤੋਂ ਹੀ ਸ਼ਾਇਦ ਮਤਲਬ ਇਹ ਚੱਲਿਆ ਹੋਵੇ। ਪਰ ਐਜ਼ ਬੌਬੀ ਸਿੱਧੂ ਸਾਹਿਬ ਨੇ ਕਿਹਾ ਵੀ ਜਿਹੜਾ ਵੀ ਸੰਭਾਵਿਤ ਪ੍ਰਧਾਨ ਮੰਤਰੀ ਹੈ ਜੀ, ਕੁਰਸੀ ਬਹੁਤ ਵਧੀਆ, ਉਹਨਾਂ ਨੇ ਆਪਣੇ ਨੇਸ਼ਨ ਨੂੰ ਲੀਡ ਕਰਨਾ। ਸੋ ਉਹਦੇ ਵਿੱਚ ਇਹ ਜਿਹੜੀ ਚੇਅਰ ਹੈਗੀ ਹੈ, ਬਹੁਤ ਵੱਡੀ ਚੇਅਰ ਹੈ। ਸੋ ਫਸਟ ਆਫ ਆਲ ਵੀ ਰੀਅਲੀ ਨੀਡ a calibrated person who can lead a nation। ਸੈਕਿੰਡ, ਇਹਨੂੰ ਮੈਂ ਨਾ ਬੜਾ ਕੋਲੋਂ ਵਾਚ ਕੀਤਾ ਗਿੱਲ ਸਾਹਿਬ, ਇਲੈਕਸ਼ਨ ਇੱਕ ਡਾਈਵਰਸ ਇਲੈਕਸ਼ਨ ਨਾ ਹੋ ਕੇ ਲੀਡਰਸ਼ਿਪ ਦੀ ਜਿਹੜੀ ਰੇਸ ਹੈ ਨਾ, ਇੱਕ ਡਾਈਵਰਸ ਰੇਸ ਇੱਕ ਪੁਆਇੰਟ ਤੇ ਨਹੀਂ ਸੀ ਰਹਿ ਗਈ ਜੀ। ਇਹਨੂੰ ਕਿਸੇ ਨਾ ਕਿਸੇ ਖਾਸ ਸਿਟੀ ਦੇ ਨਾਲ ਜੋੜ ਕੇ ਦੇਖਿਆ ਗਿਆ, ਕਿਸੇ ਨਾ ਕਿਸੇ ਖਾਸ ਧਰਮ ਦੇ ਨਾਲ, ਫਿਰਕੇ ਦੇ ਨਾਲ ਜੋੜ ਕੇ ਦੇਖਿਆ ਗਿਆ। ਹਾਲਾਂਕਿ ਆਪਾਂ ਸਾਰਾ ਕੁਝ ਛਡਾ ਕੇ ਇੱਥੇ ਆ ਰਹੇ ਹਾਂ, ਰਹਿ ਰਹੇ ਹਾਂ, ਬੱਚਿਆਂ ਨੂੰ ਪਾਲ ਰਹੇ ਹਾਂ। ਸੋ ਵੀ ਆਰ ਕੈਨੇਡੀਅਨਸ। ਸੋ ਇਹ ਪੋਲੀਟੀਕਲ ਰੇਸਾਂ ਆਪਾਂ ਲੀਡਰਸ਼ਿਪ ਦੀਆਂ ਹੋਰ ਵੀ ਬੜੀਆਂ ਦੇਖੀਆਂ ਨੇ, ਪਰ ਇਹ ਜਿਹੜੀ ਪੋਲੀਟੀਕਲ ਲੀਡਰਸ਼ਿਪ ਦੀ ਰੇਸ ਹੈ, ਡਿਫਰੈਂਟ ਹੋ ਕੇ ਨਿਬੜ ਰਹੀ ਹੈ। ਸੋ ਮੈਂ ਮਤਲਬ ਇਹਦੇ ਵਿੱਚ ਕਾਫੀ ਅਸੀਂ ਇਨਵੋਲਵ ਰਹੇ ਹਾਂ। ਆਈ ਹੈਵ ਰਾਈਟ ਟੂ ਸਪੋਰਟ ਇੱਕ ਲੀਡਰ ਦੀ, ਬੌਬੀ ਭਾਜੀ ਹੋਰ ਕਿਸੇ ਦੀ, ਮੰਨਨ ਜੀ ਹੋਰ ਕਿਸੇ ਦੀ ਕਰ ਸਕਦੇ ਨੇ। ਪਰ ਇਹਦੇ ਵਿੱਚ ਨਾ ਆਪਣੀ ਕਮਿਊਨਿਟੀ ਦੇ ਵਿੱਚ ਜਾਂ ਹੋਰ ਕਮਿਊਨਿਟੀਜ਼ ਦੇ ਵਿੱਚ ਵਖਰੇਵਾਂ ਪਾਉਣ ਦੀ ਜਿਹੜੀ ਟਰਾਈ ਕੀਤੀ ਗਈ ਆ, ਉਹ ਮੈਂ ਇਹਨੂੰ ਮਤਲਬ ਗਲਤ ਸਮਝਦਾ। ਦੂਸਰੀ ਗੱਲ ਇਹਦੇ ਨਾਲ ਹੀ ਇਹ ਆ ਵੀ ਇੱਕ ਸਪੈਸ਼ਲ ਕੈਂਪੇਨ ਵੱਲੋਂ ਇਹ ਕਿਹਾ ਜਾਣਾ ਵੀ ਇੱਕ ਖਾਸ ਜਿਹੜਾ ਧਰਮ ਆ ਜਾਂ ਫਿਰਕਾ ਲੋਕ ਉਹਦੇ ਨਾਲ ਨੇ, ਇੱਦਾਂ ਨਹੀਂ ਸੀਗਾ ਜੀ। ਅਸੀਂ ਵੀ ਉਸੇ ਕਮਿਊਨਿਟੀ 'ਚ ਵਿਚਰਦੇ ਹਾਂ, ਉੱਥੇ ਹੀ ਸਾਡਾ ਵਰਤਾਰਾ ਆ। ਸੋ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਲੋਕ ਨੇ ਜਾਂ ਜਿਹੜੇ ਵੋਟਰਸ ਨੇ ਜਾਂ ਜਿਹੜੇ ਮੈਂਬਰਸ ਨੇ, ਉਹਨਾਂ ਨੇ ਅਪ ਫਰੰਟ ਆ ਕੇ ਦੱਸਣਾ ਹੁੰਦਾ ਮੈਂ ਇਹਦੇ ਨਾਲ ਹਾਂ ਜਾਂ ਮੈਂ ਇਹਦੇ ਨਾਲ ਹਾਂ। ਆਈ ਥਿੰਕ ਯੂ ਗॉट ਮਾਈ ਪੁਆਇੰਟ ਵੀ ਜਿਹੜੀ ਮਤਲਬ ਇਹ ਲੀਡਰਸ਼ਿਪ ਰੇਸ ਆ, ਇਹ ਕਿੱਥੋਂ ਤੱਕ ਗਈ ਆ। ਡਿਸਕੁਆਲੀਫਿਕੇਸ਼ਨ ਇੱਕ ਵੱਖਰਾ ਇਸ਼ੂ ਆ, ਪਰ ਜੋ ਵੀ ਇਹ ਵਰਤਾਰਾ ਵਰਤ ਰਿਹਾ, ਇਹ ਵਰਤਾਰੇ ਨੂੰ ਮੈਂ ਚੰਗਾ ਨਹੀਂ ਸਮਝਦਾ ਜੀ। ਜੀ ਗਿੱਲ ਸਾਹਿਬ। ਅੱਛਾ ਬੌਬੀ ਜੀ, ਜਦੋਂ ਆਪਾਂ ਹੁਣ ਇਹੋ ਜਿਹਾ ਜਦੋਂ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਅਫਕੋਰਸ ਉਹਦੇ ਵਿੱਚ ਕੋਈ ਨਾ ਕੋਈ ਬਹੁਤ ਸੋਲਿਡ ਆਧਾਰ ਤਾਂ ਹੋਏਗਾ, ਤਾਂ ਹੀ ਇਸ ਰੂਪ ਦੇ ਵਿੱਚ ਉਹਨੂੰ ਇੰਨੀ ਵੱਡੀ ਇੱਕ ਰਾਏ ਦੇ ਰੂਪ ਦੇ ਵਿੱਚ ਬਣਾ ਕੇ ਤੇ ਫਿਰ ਡਿਕਲੇਅਰ ਕੀਤਾ ਗਿਆ। ਪਰ ਹੋ ਸਕਦਾ ਮੇਰੀ ਗੱਲ ਥੋੜ੍ਹੀ ਜਿਹੀ ਅਟਪਟੀ ਲੱਗੇ ਕਿ ਇਹਨੂੰ ਨਹੀਂ ਪਤਾ ਸਰ ਕਿ ਸਿਸਟਮ ਕਿੱਦਾਂ ਚੱਲ ਰਿਹਾ ਇੱਥੇ। ਜਦੋਂ ਨੋਮੀਨੇਸ਼ਨਸ ਤੋਂ ਲੈ ਕੇ ਜਿਹੜੀ ਮੈਂਬਰਸ਼ਿਪ ਬਣਾਉਣ ਤੱਕ ਦਾ ਜਿਹੜਾ ਪ੍ਰੋਸੈਸ ਹੈ, ਮੈਂ ਦੁਬਾਰਾ ਫਿਰ ਕਹਿਣ ਲੱਗਿਆ, ਓਪਨ ਸੀਕਰਟ ਦੀ ਤਰ੍ਹਾਂ ਲੋਕਾਂ ਨੂੰ ਪਤਾ ਹੈ ਕਿ ਕੀ ਹੁੰਦਾ ਹੈ, ਕਿੱਦਾਂ ਹੁੰਦਾ ਹੈ। ਫਿਰ ਇਹ ਜਿਹੜਾ ਮਿਸਕੰਡਕਟ ਹੈ, ਉਹਦੀ ਪਰਿਭਾਸ਼ਾ ਕਿਵੇਂ ਮਾਪੀ ਗਈ ਹੈ ਸਰ? ਥੋੜ੍ਹਾ ਜਿਹਾ ਉਹਨੂੰ ਦੱਸਣਾ ਚਾਹੋ ਬੌਬੀ ਸਿੱਧੂ ਜੀ। ਦੇਖੋ ਹਰਜਿੰਦਰ ਜੀ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਆ। ਤੇ ਵੈਸੇ ਪਹਿਲਾਂ ਮੈਂ ਕਹਿ ਦੇਵਾਂ, ਐਲੀਗੇਸ਼ਨ ਲੱਗੇ ਨੇ, ਐਲੀਗੇਸ਼ਨ ਸੀਰੀਅਸ ਕਿਹਾ ਜਾ ਰਿਹਾ। ਕੀ ਐਲੀਗੇਸ਼ਨ ਨੇ, ਕੀ ਹੋਇਆ ਆ, ਇਹ ਹਲੇ ਕਿਆਸ ਰਾਈਆਂ ਆ। ਮੀਡੀਆ ਦਾ ਮੰਨਣਾ ਹੈ ਕਿ ਸ਼ਾਇਦ ਇਲੈਕਸ਼ਨ ਕੈਨੇਡਾ ਦੇ ਜਿਹੜਾ ਹੈਗਾ ਆ, ਉਹਦੀ ਵਾਇਲੇਸ਼ਨ ਹੈਗੀ ਆ ਕਿ ਕਿਸੇ ਨੂੰ ਕਾਰਪੋਰੇਸ਼ਨ ਤੋਂ ਪੈਸੇ ਦਿੱਤੇ ਗਏ ਜੋ ਕਿ ਕੰਪੇਨ ਦੇ ਵਿੱਚ ਕੰਮ ਕਰ ਰਿਹਾ ਸੀ। ਇਹ ਹਲੇ ਕਿਆਸ ਰਹੀਆਂ, ਪਰ ਪੱਕਾ ਕਿਸੇ ਨੂੰ ਨਹੀਂ ਪਤਾ ਐਲੀਗੇਸ਼ਨ ਕੀ ਨੇ। ਹਾਂ, ਮੈਂ ਇੰਨਾ ਜ਼ਰੂਰ ਉਮੀਦ ਕਰਦਾ ਆ, ਫॉर द ਸੇਕ ਆਫ ਟਰਾਂਸਪੇਰੈਂਸੀ,
ਕਿਉਂਕਿ ਵੱਡੀ ਇਲੈਕਸ਼ਨ ਆ, ਸੰਭਾਵੀ ਪ੍ਰਧਾਨ ਮੰਤਰੀ ਚੁਣ ਰਹੇ ਆ ਪਾਰਟੀ ਵਾਲੇ, ਤਾਂ ਇਹ ਘੱਟੋ ਘੱਟ ਪਬਲਿਕ ਕਰ ਦੇਣਾ ਚਾਹੀਦਾ ਪਾਰਟੀ ਨੂੰ ਆਫਟਰ ਇਨਵੈਸਟੀਗੇਸ਼ਨ ਕਿ ਇਹ ਕਿਹੜਾ ਕਹਿੰਦੇ ਹੁੰਦੇ ਐਲੀਗੇਸ਼ਨ ਨੇ, ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ। ਹਾਂ, ਪਾਰਟੀ ਇਹ ਜ਼ਰੂਰ ਕਹਿ ਰਹੀ ਹੈ ਕਿ ਅਸੀਂ ਇਲੈਕਸ਼ਨ ਕੈਨੇਡਾ ਨੂੰ ਫਾਰਵਰਡ ਕਰ ਦਿੱਤਾ ਆ, ਅਗਰ ਜੋ ਵੀ ਹੈਗਾ, ਪਰ ਇਟਸ ਬੈਟਰ ਕਿ ਪਬਲਿਕ ਹੋਵੇ। ਕੋ ਪੈਟਰਿਕ ਬਰਾਊਨ ਦੇ ਕਰਕੇ ਵੀ, ਜੋ ਬਾਕੀ ਕੰਪੇਨਸ ਕਰਕੇ, ਕੋ ਪੈਟਰਿਕ ਬਰਾਊਨ ਇਹ ਕਹਿ ਰਹੇ ਆ ਕਿ ਪੀਅਰ ਪੋਲੀਵਰ ਦੀ ਜਿਹੜੀ ਟੀਮ ਆ ਉਹਨਾਂ ਨੇ ਇਹ ਸਾਜ਼ਿਸ਼ ਰਚੀ ਆ, ਉਹਨਾਂ ਨੂੰ ਬਾਹਰ ਕਰਨਾ ਚਾਹੁੰਦੇ ਸੀਗੇ। ਉਹਨਾਂ ਨੇ ਡਿਸਕ੍ਰਿਮੀਨੇਸ਼ਨ ਸ਼ਬਦ ਵੀ ਵਰਤਿਆ ਕਿ ਡਿਸਕ੍ਰਿਮੀਨੇਸ਼ਨ ਹੋਇਆ, ਇਹੋ ਜਿਹੇ ਕਈ ਉਹਨਾਂ ਨੇ ਐਲੀਗੇਸ਼ਨ ਪਾਰਟੀ ਤੇ ਲਾਏ ਆ ਕਿ ਪਾਰਟੀ ਨਵੇਂ ਕੈਨੇਡੀਅਨਸ ਨੂੰ ਆਪਣੇ ਵਿੱਚ ਲਿਆਉਣਾ ਨਹੀਂ ਚਾਹੁੰਦੀ। ਸੋ ਐਲੀਗੇਸ਼ਨ, ਕਾਊਂਟਰ ਐਲੀਗੇਸ਼ਨ ਇੱਕ ਦੂਸਰੇ ਤੇ ਲੱਗ ਰਹੇ ਨੇ। ਹਾਂ, ਇਹ ਚੰਗੀ ਗੱਲ ਹੈ ਕਿ ਇਹ ਬਾਹਰ ਆ ਜਾਵੇ, ਪਰ ਮੈਂ ਫਿਰ ਕਹਿ ਦਿੰਦਾ ਆ ਕਿ ਦੇਖੋ ਪਾਰਟੀ ਸਟੈਬਲਿਸ਼ਮੈਂਟ ਜਿਹੜੀਆਂ ਹੈਗੀਆਂ ਆ, ਅਖੀਰ ਵਿੱਚ ਉਹੀ ਹੁੰਦਾ ਜੋ ਉਹ ਚਾਹੁੰਦੀਆਂ ਆ ਜ਼ਿਆਦਾਤਰ, ਚਾਹੇ ਉਹ ਕੈਂਡੀਡੇਟਸ ਦੀ ਗੱਲ ਹੋਵੇ। ਆਪਾਂ ਨੋਮੀਨੇਸ਼ਨ ਦੇ ਵਿੱਚ ਦੇਖਿਆ, ਜੋ ਕਿਸੇ ਨੂੰ ਪਾਸੇ ਕਰਨਾ ਹੋਵੇ ਤਾਂ ਬੜੇ ਬਹਾਨੇ ਲਾਏ ਜਾਂਦੇ ਆ। ਪੈਟਰਿਕ ਬਰਾਊਨ ਤਾਂ ਖੁਦ ਪਾਰਟੀ ਲੀਡਰ ਰਹੇ ਆ, ਉਹਨਾਂ ਵੇਲੇ ਨੋਮੀਨੇਸ਼ਨ ਜਿੰਨੀਆਂ ਚਰਚਿਤ ਰਹੀਆਂ ਉਹਨਾਂ ਕਦੇ ਵੀ ਨਹੀਂ ਰਹੀਆਂ। ਸੋ ਉਹਨਾਂ ਨੂੰ ਖੁਦ ਪਤਾ ਕਿ ਪਾਰਟੀ ਐਸਟੈਬਲਿਸ਼ਮੈਂਟ ਕਿਵੇਂ ਓਪਰੇਟ ਕਰਦੀ ਆ। ਤੇ ਇਸ ਵਾਰੀ ਲੱਗਦਾ ਸੀਗਾ ਹਰਜਿੰਦਰ ਜੀ, ਮੈਨੂੰ ਇਸ ਕਹਿਣ ਵਿੱਚ ਕੋਈ ਹਿਚਕਿਚਾਹਟ ਨਹੀਂ ਹੈਗੀ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈਗੀ ਆ ਉਹ ਇੱਕ ਪੋਪੂਲਿਸਟ ਲੀਡਰ ਦੇ ਪਿੱਛੇ ਉਹਨਾਂ ਨੇ ਉਹ ਤੁਰ ਪਈ ਆ, ਮਨ ਬਣਾ ਲਿਆ ਉਹਨਾਂ ਨੇ। ਇਹ ਲੱਗਣ ਲੱਗ ਪਿਆ ਸੀ ਕਿ ਪੀਅਰ ਪੋਲੀਵਰ ਆਲਰੇਡੀ ਪਾਰਟੀ ਸਟੈਬਲਿਸ਼ਮੈਂਟ ਦੀ ਚੋਇਸ ਆ, ਤੇ ਜਿਹੜਾ ਪੁਰਾਣਾ ਕੰਜ਼ਰਵੇਟਿਵ ਪਾਰਟੀ ਨਾਲ ਬੰਦਾ ਜੁੜਿਆ ਹੋਇਆ ਉਹਨੂੰ ਆਪਣਾ ਲੀਡਰ ਮੰਨਦਾ ਆ। ਪੈਟਰਿਕ ਬਰਾਊਨ ਨੇ ਖੈਰ ਕੰਮ ਕੀਤਾ, ਜਿਸ ਤਰ੍ਹਾਂ ਉਹ ਵੀ ਕਹਿੰਦੇ ਕਿ ਮੈਂ 1.5 ਲੱਖ ਮੈਂਬਰ ਸਾਈਨ ਕੀਤਾ ਆ। ਇਹ ਇੱਕ ਵੱਖਰੀ ਚਰਚਾ ਦਾ ਵਿਸ਼ਾ ਆ ਕਿ ਜਿਹੜਾ ਮੈਂਬਰ ਰੈਂਟ ਮੈਂਬਰ ਕਰਕੇ ਲੀਡਰਸ਼ਿਪ ਜਿੱਤਣੀ ਇਹ ਇੱਕ ਚੰਗੀ ਗੱਲ ਹੈ ਕਿ ਨਹੀਂ, ਕਿਉਂਕਿ ਬਹੁਤ ਵਾਰੀ ਇਹ ਹੁੰਦਾ ਆ ਕਿ ਮੈਂਬਰ ਤੁਸੀਂ ਬਣਾ ਲੈਂਦੇ ਆ, ਲੀਡਰਸ਼ਿਪ ਪੂਰੀ ਹੋ ਜਾਂਦੀ ਆ, ਬਾਅਦ ਦੇ ਵਿੱਚ ਪਤਾ ਵੀ ਨਹੀਂ ਹੁੰਦਾ ਕਿ ਮੈਂਬਰ ਉਹ ਕਿਹਦੇ ਨਾਲ ਸੀ। ਮੈਂ ਤਾਂ ਇਹ ਵੀ ਦੇਖਿਆ ਹਰਜਿੰਦਰ ਜੀ ਕਿ ਨੋਮੀਨੇਸ਼ਨ ਦੇ ਵਿੱਚ ਵੋਟਾਂ ਵੱਧ ਪੈ ਗਈਆਂ, ਜਦੋਂ ਜਨਰਲ ਇਲੈਕਸ਼ਨ ਆਈ ਉਸ ਹਲਕੇ 'ਚ ਵੋਟ ਹੀ ਉਦੋਂ ਘੱਟ ਪਈ ਆ। ਸੋ ਉਸ ਤੋਂ ਪਤਾ ਲੱਗਦਾ ਕਿ ਬਾਕੀ ਪਾਰਟੀਆਂ ਦੇ ਵਿੱਚ ਉਧਾਰੇ ਮੈਂਬਰ ਫੜ ਕੇ ਗੁਜ਼ਾਰਾ ਕਰ ਲਿਆ ਗਿਆ। ਸੋ ਇਹ ਰੁਝਾਨ ਸਹੀ ਆ ਕਿ ਨਹੀਂ, ਇਹ ਇੱਕ ਵੱਖਰਾ ਵਿਸ਼ਾ ਆ, ਪਰ ਹਾਂ ਇੰਨਾ ਆਪਾਂ ਜ਼ਰੂਰ ਕਹਿੰਦੇ ਆ ਕਿ ਜੋ ਵੀ ਐਲੀਗੇਸ਼ਨ ਨੇ ਪਬਲਿਕ ਹੋ ਜਾਣੇ ਚਾਹੀਦੇ। ਸੋ ਦੋਸਤੋ, ਇਸ ਵੇਲੇ 3:52 ਹਰਜਿੰਦਰ ਗਿੱਲ ਸ਼ੋਅ ਰਾਮਸ ਪੰਜਾਬੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ। ਇਸ ਵੇਲੇ ਸਾਡੀ ਖਾਸ ਗੱਲਬਾਤ ਪੋਲੀਟੀਕਲ ਪਲਸ ਸਿਆਸੀ ਰਾਮਸ ਦਾ ਸਾਡਾ ਵਿਸ਼ੇਸ਼ ਸੈਗਮੈਂਟ, ਜਿਹਦੇ ਵਿੱਚ ਅੱਜ ਅਸੀਂ ਪੈਟਰਿਕ ਬਰਾਊਨ ਹੋਰਾਂ ਦੀ ਜੋ ਲੀਡਰਸ਼ਿਪ ਰੇਸ ਦੇ ਵਿੱਚੋਂ ਡਿਸਕੁਆਲੀਫਾਈ ਕਰਨ ਤੋਂ ਬਾਅਦ ਦੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ। ਗੁਰਸ਼ਨ ਬੌਬੀ ਸਿੱਧੂ ਹੋਰੀ ਸਾਡੇ ਨਾਲ ਨੇ, ਮਨਨ ਗੁਪਤਾ ਜੀ ਤੇ ਸਰਬਜੀਤ ਸਰਾਂ ਹੋਰੀ ਸਾਡੇ ਅੱਜ ਦੇ ਇਸ ਪੈਨਲ ਦੇ ਵਿੱਚ ਨੇ। ਮਨਨ ਜੀ, ਤੁਹਾਡੇ ਕੋਲ ਆਉਣਾ ਮੈਂ ਇਹੀ ਸਵਾਲ ਥੋੜ੍ਹਾ ਜਿਹਾ ਡਿਫਰੈਂਟ ਢੰਗ ਦੇ ਨਾਲ, ਜੇਕਰ ਤੁਸੀਂ ਐਡਰੈਸ ਕਰਨਾ ਹੋਵੇ ਕਿ ਕਿਹਨੂੰ ਨਹੀਂ ਪਤਾ ਕਿੱਦਾਂ ਚੱਲਦਾ ਸਿਸਟਮ, ਪਰ ਜਦੋਂ ਫਿਰ ਇਸ ਤਰ੍ਹਾਂ ਐਲੀਗੇਸ਼ਨਸ ਲੱਗਦੇ ਨੇ, ਜੇ ਲੇਖਾ ਜੋਖਾ ਸਾਰੇ ਪਾਸਿਓਂ ਕਰਨਾ ਸ਼ੁਰੂ ਕਰ ਦਿੱਤਾ ਜਾਵੇ, ਸਾਰੇ ਮੈਂਬਰਸ ਦਾ, ਸਾਰੇ ਪਾਰਟੀਜ਼ ਦਾ, ਸਾਰੇ ਕੈਂਡੀਡੇਟਸ ਦਾ ਜੇ ਆਡਿਟ ਹੋ ਜਾਵੇ ਇਮਾਨਦਾਰੀ ਦੇ ਨਾਲ, ਤੇ ਤੁਹਾਨੂੰ ਲੱਗਦਾ ਕਿ ਕੋਈ ਬਚੇਗਾ? ਬਹੁਤ ਮੁਸ਼ਕਿਲ ਹੈ ਜੀ। ਕੋਈ ਵੀ ਇਹਦੇ ਚੋਂ ਸਿਸਟਮ ਚੋਂ ਹੀ ਗੁਜ਼ਰ ਕੇ ਸਾਰੇ ਜਾਂਦੇ ਨੇ, ਚਾਹੇ ਉਹ ਪ੍ਰਾਈਮ ਮਿਨਿਸਟਰ ਤੱਕ ਬਣ ਜਾਣ। ਉਹਨਾਂ ਨੂੰ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਕਾਲਾ ਮਾਲਾ ਗਰਾਊਂਡ ਲੈਵਲ ਤੇ ਹੁੰਦਾ, ਔਰ ਬਹੁਤ ਸਾਰੇ ਰੀਅਲ ਐਗਜ਼ਾਮਪਲ ਪ੍ਰੈਕਟੀਕਲ ਲਾਈਫ ਦੇ ਵਿੱਚ ਅਸੀਂ ਰੀਸੈਂਟਲੀ ਪਿਛਲੇ 4-5 ਸਾਲਾਂ ਵਿੱਚ ਦੇਖੇ ਨੇ। ਔਰ ਜਿਸ ਤਰ੍ਹਾਂ ਬੌਬੀ ਜੀ ਦੀ ਗੱਲ ਨੂੰ ਮੈਂ ਅੱਗੇ ਤੋਰਦਾ ਹੋਇਆ, ਜਿਸਲੇ ਖੁਦ ਪੈਟਰਿਕ ਬਰਾਊਨ ਲੀਡਰ ਸੀਗੇ, ਪੀਸੀ ਪਾਰਟੀ ਦੇ ਰਹੇ ਨੇ, ਨੋਮੀਨੇਸ਼ਨਾਂ ਦਾ ਜਿੰਨਾ ਕਾਲਾ ਮਾਲਾ ਉਹਨਾਂ ਦੀ ਲੀਡਰਸ਼ਿਪ ਦੇ ਦੌਰਾਨ ਹੋਇਆ, ਜਿਹਦੇ 'ਚ ਆਪਣੇ ਭਾਈਚਾਰੇ 'ਚੋਂ ਵੀ ਕਈ ਕੈਂਡੀਡੇਟਸ ਵਿਚਾਰੇ ਰਗੜੇ ਗਏ, ਉਹਨਾਂ ਦਾ ਕੈਰੀਅਰ ਖਰਾਬ ਹੋ ਗਿਆ, ਖਤਮ ਹੋ ਗਿਆ, ਉਹ ਸਭ ਨੂੰ ਭਲੀ ਭਾਂਤੀ ਜਗ ਜ਼ਾਹਿਰ ਹੈ। ਸੋ ਮੂਵਿੰਗ ਔਨ, ਮੈਂ ਸਮਝਦਾ ਹਾਂ ਕਿ ਐਜ਼ ਅ ਪੋਲੀਟੀਕਲ ਐਂਟਿਟੀ, ਚਾਹੇ ਅੱਜ ਕੰਜ਼ਰਵੇਟਿਵ ਪਾਰਟੀ ਦੀ ਗੱਲ ਹੋ ਰਹੀ ਹੈ, ਚਾਹੇ ਕੱਲ੍ਹ ਨੂੰ ਲਿਬਰਲ ਪਾਰਟੀ ਦੀ ਹੋਵੇ, ਐਨਡੀਪੀ ਜਾਂ ਕਿਸੇ ਵੀ ਪਾਰਟੀ ਦੀ ਹੋਵੇ, ਟਰਾਂਸਪੇਰੈਂਸੀ ਐਂਡ ਫੁੱਲ ਅਕਾਊਂਟੇਬਿਲਿਟੀ ਐਂਡ ਫੁੱਲ ਡਿਸਕਲੋਜ਼ਰ ਹਮੇਸ਼ਾ ਇੱਕ ਵਧੀਆ ਕਾਇਦੇ ਦੀ ਗੱਲ ਹੈਗੀ ਹੈ। ਹੁਣ ਪਾਰਟੀਆਂ ਇਸ ਚੀਜ਼ ਤੋਂ ਰੁਕ ਨਹੀਂ ਸਕਦੀਆਂ ਕਿ ਜੀ ਹੁਣ ਸਬ ਜੁਡਾਈਜ਼ ਹੈ, ਇਹਦਾ ਇਨਵੈਸਟੀਗੇਸ਼ਨ ਹੋ ਰਹੀ ਹੈ, ਅਸੀਂ ਨਹੀਂ ਦੱਸ ਸਕਦੇ। ਕਿਉਂ ਨਹੀਂ ਵੀ ਦੱਸ ਸਕਦੇ? 7.25 ਲੱਖ ਕੈਨੇਡੀਅਨਸ ਨੇ ਆਪਣਾ ਵਿਸ਼ਵਾਸ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਦਿੱਤਾ। $20-30-40 ਜਿੰਨੀ ਵੀ ਫੀਸ ਹੁੰਦੀ ਹੈ, ਮੈਨੂੰ ਨਹੀਂ ਪਤਾ, ਕਿਉਂਕਿ ਆਈ ਐਮ ਨਾਟ ਅ ਮੈਂਬਰ ਆਫ ਐਨੀ ਪੋਲੀਟੀਕਲ ਪਾਰਟੀ। ਉਹਨਾਂ ਨੇ ਪੇ ਕੀਤੀ। ਉਹਨਾਂ ਨੂੰ ਜੇ ਪੈਟਰਿਕ ਬਰਾਊਨ ਨੇ 1.5 ਲੱਖ ਮੈਂਬਰ ਬਣਾਏ ਨੇ, ਘੱਟੋ ਘੱਟ ਉਹਨਾਂ ਨੂੰ ਤਾਂ ਪਤਾ ਚੱਲੇ ਕਿ ਜਿਸ ਕੈਂਡੀਡੇਟ ਨੂੰ ਉਹਨਾਂ ਨੇ ਵਿਸ਼ਵਾਸ ਕੀਤਾ, ਜਿਹਦੇ ਲਈ ਉਹਨਾਂ ਨੇ ਮੈਂਬਰਸ਼ਿਪ ਲਈ, ਉਹਨੂੰ ਕਿੰਨਾ ਕਾਰਨ ਚੱਲਦਾ ਕਰ ਦਿੱਤਾ ਗਿਆ। ਸਿਮਿਲਰਲੀ, ਜੇ ਕੰਜ਼ਰਵੇਟਿਵ ਪਾਰਟੀ ਨੇ ਫੋਰ ਐਨ ਐਗਜ਼ਾਮਪਲ ਜੇ ਸੱਤਾ ਵਿੱਚ ਆਉਣ ਦਾ ਸੁਪਨਾ ਪੂਰਾ ਕਰਨਾ ਹੈ, ਜੋ ਕਿ 2025 ਵਿੱਚ 10 ਸਾਲ ਹੋ ਜਾਣਗੇ ਉਹਨਾਂ ਨੂੰ ਪੋਲੀਟੀਕਲ ਬਨਵਾਸ ਦਿੱਤਾ ਹੋਇਆ ਇੱਕ ਤਰ੍ਹਾਂ ਦਾ ਗਵਰਨੈਂਸ ਤੋਂ, ਤੇ ਜੇ ਤਾਂ ਵੀ ਜੇ ਉਹ ਸੱਤਾ ਵਿੱਚ ਆਉਂਦੇ ਨੇ, ਜੇ ਉਹ 2025 ਵਿੱਚ ਨਹੀਂ ਆਉਂਦੇ, ਫਿਰ ਤਾਂ ਯੂ ਨੈਵਰ ਨੋ ਕਿ ਕਦੋਂ ਇਹਨਾਂ ਨੂੰ ਸੱਤਾ ਦੁਆਰਾ ਮਿਲੇਗੀ। ਤੇ ਦੇ ਮਸਟ ਲਰਨ ਫਰਮ ਦਿਸ ਬਿਟਰ ਐਕਸਪੀਰੀਅੰਸ, ਦੇ ਸ਼ੁੱਡ ਕਮ ਆਊਟ ਕਲੀਨ। ਔਰ ਜੇ ਕਲੀਨ ਨਹੀਂ ਆਉਣਗੇ ਤੇ ਜਿਹੜੇ ਘੱਟੋ ਘੱਟ 1.5 ਲੱਖ ਪੈਟਰਿਕ ਬਰਾਊਨ ਉਹਨਾਂ ਦਾ ਕਹਿਣਾ ਕਿ ਮੈਂ ਮੈਂਬਰਸ ਇਸ ਪਾਰਟੀ ਨਾਲ ਜੋੜੇ ਸੀ, ਉਹ ਹਮੇਸ਼ਾ
ਬਾਏ ਟਾਟਾ ਕਹਿ ਜਾਣਗੇ ਇਸ ਬ੍ਰਾਂਡ ਨੂੰ ਔਰ ਇਸ ਪੋਲੀਟੀਕਲ ਸਿਸਟਮ, ਜੋ ਕਿ ਬੜਾ ਇੱਕ ਦੁਖਾਂਤ ਹੋਏਗਾ ਸਾਡੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ। ਜੀ ਸਰਾ ਸਾਹਿਬ, ਤੁਸੀਂ ਵੀ ਥੋੜਾ ਜਿਹਾ ਇਸੇ ਪੁਆਇੰਟ ਨੂੰ ਜੇ ਅੱਗੇ ਤੋਰਨਾ ਚਾਹੋ। ਇੱਕ ਚੀਜ਼ ਹੋਰ ਮੈਂ ਇੱਥੇ ਕਲੀਅਰ ਕਰ ਦਿੰਦਾ, ਕੋਈ ਇਹ ਨਹੀਂ ਕਿ ਮੇਰਾ ਇਹ ਸਵਾਲ ਕਰਨ ਦਾ ਮਕਸਦ ਹੈ ਵੀ ਅਸੀਂ ਕਿਸੇ ਨੂੰ ਕੋਈ ਜਸਟੀਫਾਈ ਕਰਨਾ ਚਾਹੁੰਦੇ ਹਾਂ ਕਿ ਹਾਂ ਭਾਈ ਸਿਸਟਮ ਚੱਲਦਾ, ਇੱਦਾਂ ਤੱਕ ਚੱਲਣ ਦਿਓ, ਇੱਦਾਂ ਨਹੀਂ। ਅਸੀਂ ਇੱਕ ਸਵਾਲ ਦੇ ਰੂਪ ਦੇ ਵਿੱਚ, ਜਾਂ ਇੱਕ ਕਈ ਵਾਰੀ ਹੁੰਦਾ ਵੀ ਅੱਖਾਂ ਬੰਦ ਕਰਕੇ ਬੈਠਣਾ ਜਾਂ ਉਸ ਗੱਲ ਨੂੰ ਬੋਲਣਾ। ਸੋ ਮੈਂ ਸੋਚਿਆ ਕਿ ਕਿਉਂ ਨਾ ਅਸੀਂ ਇਸ ਗੱਲ ਨੂੰ ਬੋਲ ਕੇ ਪੁੱਛ ਕੇ ਕਰਨੀ ਚਾਹੁੰਦਾ ਇਸ ਸਵਾਲ ਤੇ, ਜੇ ਇਜਾਜ਼ਤ ਹੋਵੇ। ਹਾਂਜੀ 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 ਪਲੀਜ਼। ਹਾਂਜੀ ਰਜਿੰਦਰ ਜੀ, ਇੱਕ ਇਹ ਜ਼ਰੂਰੀ ਇਸ ਲਈ ਵੀ ਆ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਆ ਇਹ ਟੈਕਸ ਪੇਅਰ ਦੇ ਪੈਸੇ ਨਾਲ ਚੱਲ ਰਹੀਆਂ ਆ। ਜਦੋਂ ਫੰਡ ਰੇਜ਼ਿੰਗ ਹੁੰਦਾ, ਜਦੋਂ ਕੋਈ ਫੰਡ ਦਿੰਦਾ ਤੇ ਉਹਨੂੰ ਟੈਕਸ ਸੈਸ਼ਨ ਮਿਲਦਾ ਵਾ। ਅਗਾਂਹ ਜਿੰਨੀਆਂ ਤੁਹਾਨੂੰ ਵੋਟਾਂ ਮਿਲਦੀਆਂ ਆ ਉਸ ਹਿਸਾਬ ਦੇ ਨਾਲ ਜਿੰਨੀ ਟੋਟਲ ਵੋਟ ਪੋਲ ਪਈ ਹੁੰਦੀ, ਤੁਹਾਨੂੰ ਫੈਡਰਲ ਗ੍ਰਾਂਟ ਵੀ ਮਿਲਦੀ ਆ। ਅਗਰ ਟੈਕਸ ਪੇਅਰ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਫੰਡ ਕਰ ਰਿਹਾ ਆ ਤਾਂ ਉਹਨੂੰ ਡੈਫੀਨੇਟਲੀ ਹੱਕ ਹੈਗਾ ਆ ਕਿ ਪੋਲੀਟੀਕਲ ਪਾਰਟੀਜ਼ ਕਿਵੇਂ ਆਪਰੇਟ ਕਰਦੀਆਂ, ਉਹ ਕਿਸ ਤਰ੍ਹਾਂ ਡਿਸੀਜ਼ਨ ਲੈਂਦੀਆਂ ਪਬਲਿਕ ਹੋਣ। ਕਿਉਂਕਿ ਫੈਡਰਲ ਪਾਰਟੀਜ਼ ਇਹ ਕਹਿ ਨਹੀਂ ਸਕਦੀਆਂ ਕਿ ਅਸੀਂ ਜੀ ਲੋਕਾਂ ਨੂੰ ਜਵਾਬ ਦੇਣੇ, ਬਿਲਕੁਲ ਜਵਾਬ ਦੇ ਆ ਕਿਉਂਕਿ ਟੈਕਸ ਪੇਅਰ ਪਾਰਟੀ ਨੂੰ ਫੰਡ ਕਰਿਆ। ਇਹ ਕੋਈ ਪ੍ਰਾਈਵੇਟ ਕਲੱਬ ਨਹੀਂ ਹੈਗਾ। ਜੀ 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 ਸਰਾ ਸਾਹਿਬ, ਕੁਇਕਲੀ ਤੁਸੀਂ ਵੀ 2 ਮਿੰਟ ਲਈ ਜੇ ਗੱਲ ਕਰਨੀ ਹੋਵੇ ਇਸ ਇਸ਼ੂ ਤੇ, ਇਸੇ ਪੁਆਇੰਟ ਤੇ। ਜੀ ਬਿਲਕੁਲ ਬੋਬੀ ਜੀ, ਮੈਂ ਤੁਹਾਡੀ ਇਟਸ ਅ ਡਿਸਕਸ਼ਨ, ਮੈਂ ਕੋਈ ਗੱਲ ਨਹੀਂ ਤੁਹਾਨੂੰ ਮੋੜ ਨਹੀਂ ਰਿਹਾ ਗੱਲ ਨੂੰ, ਕਿਉਂਕਿ ਜਿਹੜੀਆਂ ਪਾਰਟੀ ਲਿਬਰਲ ਹੋ ਗਈ, NDP ਜਾਂ CPC ਹੋ ਗਈ ਜੀ, ਜਦੋਂ ਤੱਕ ਉਹਨਾਂ ਦਾ ਢਾਂਚੇ ਤੋਂ ਬਾਹਰ ਗੱਲ ਆ, ਇੰਟਰਨਲੀ ਤਾਂ ਰੱਖ ਸਕਦੀਆਂ ਨਾ ਜੀ ਆਪਣਾ ਇਨਫੋਰਮੇਸ਼ਨ। ਕਿਉਂਕਿ ਜਿਵੇਂ ਆਪਾਂ ਹੁਣ ਇਲੂਜ਼ਨਸ ਦੇ ਸਿਰ ਦੇ ਉੱਤੇ ਹੀ ਨੰਬਰਸ ਜਿਹੜੇ ਆਪਾਂ 3 ਜਣਿਆਂ ਨੇ ਡਿਸਕਸ ਕੀਤੇ ਨੇ, ਵੀ ਇੱਕ ਕੈਂਡੀਡੇਟ ਨੇ ਕਿਹਾ ਮੇਰਾ 1.5 ਲੱਖ ਆ, ਦੂਸਰੇ ਨੇ ਕਿਹਾ ਕਿੰਨਾ, ਕਿਉਂਕਿ ਪਾਰਟੀ ਨੇ ਤਾਂ ਨੰਬਰ ਜਨਤਕ ਹੀ ਨਹੀਂ ਕੀਤੇ ਜੀ। ਅਕਾਊਂਟੇਬਿਲਿਟੀ ਦੀ ਕਰ ਲਓ ਜਾਂ ਟਰਾਂਸਪੇਰੈਂਸੀ, ਇਟਸ ਦੇਅਰ ਓਨ ਰਾਈਟ। ਉਹ ਜਿਹੜੇ ਉਹਨਾਂ ਨੇ ਆਪਣੇ ਫੰਡਾਮੈਂਟਸ ਬਣਾਏ ਹੋਏ ਨੇ। ਹੁਣ ਮੈਂ ਕਹਾਂ ਮੇਰਾ 3 ਲੱਖ ਮੈਂਬਰ ਆ, ਤੁਸੀਂ ਕਹੋ ਮੇਰਾ 4 ਲੱਖ ਮੈਂਬਰ, ਡਜ਼ਨਟ ਵਰਕ ਦੈਟ ਵੇ। ਓਵਰਆਲ ਨੰਬਰ ਜਿਹੜੇ ਨੇ ਇਹ ਤਾਂ ਕਿਤੇ ਆ ਹੀ ਨਹੀਂ ਗਏ ਜੀ ਬਾਹਰ। ਡੂ ਯੂ ਹੈਵ ਐਨੀ ਸੇ ਔਨ ਦੈਟ ਜੀ? ਕੁਛ ਕਹਿਣਾ ਚਾਹੁੰਦੇ ਹੋ ਤੇ ਬਾਬੂ ਜੀ, ਤੁਹਾਨੂੰ ਲੱਗਦਾ ਕਿ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਪਾਰਟੀਜ਼ ਨੇ ਆਪਣੇ ਵੱਲੋਂ ਇਹ ਕੋਈ ਨੰਬਰ ਜਾਰੀ ਕੀਤਾ ਕਿ ਜਿੱਥੇ ਦੱਸਿਆ ਕਿ ਪੀਅਰ ਪੋਲੀਅਰ ਦੇ ਕਿੰਨੇ ਸਾਈਨਡ ਮੈਂਬਰਸ ਨੇ, ਪੈਟਰਿਕ ਬਰਾਊਨ ਦੇ ਕਿੰਨੇ ਨੇ, ਜਾਂ ਬਾਕੀ ਮੈਂਬਰਸ ਦੇ ਕਿੰਨੇ ਨੇ? ਨਹੀਂ, ਇਹ ਦੇਖੋ ਇਸ ਇਸ਼ੂ ਤੇ ਸਿਰਫ ਪੀਅਰ ਪੋਲੀਵਰ ਹੋਣਾ ਨੇ ਇਹ ਰਿਕੁਐਸਟ ਕੀਤੀ ਸੀ ਕਿ ਨੰਬਰ ਜਨਤਕ ਕੀਤੇ ਜਾਣ। ਹੋਰ ਕਿਸੇ ਨੇ ਇਹ ਕਿਹਾ ਹੀ ਆ, ਦਾਅਵੇ ਹੀ ਹੋਏ ਆ ਕਿ ਮੈਂਬਰ ਸਾਈਨ ਕੀਤੇ। ਪਾਰਟੀ ਨੇ ਆਪਣੇ ਲੈਵਲ ਤੇ ਕੋਈ ਨਹੀਂ ਲਿਸਟ ਜਾਰੀ ਕੀਤੀ ਕਿ ਕਿਹੜੇ ਕੈਂਪ ਨੇ ਕਿੰਨੇ ਸਾਈਨ ਕੀਤੇ ਆ। ਹਾਲਾਂਕਿ ਪੀਅਰ ਪੋਲੀਵਰ ਨੇ ਇਸ ਗੱਲ ਦੀ ਮੰਗ ਜ਼ਰੂਰ ਰੱਖੀ ਸੀ ਕਿ ਮੈਂ ਇੰਨੇ ਮੈਂਬਰ ਸਾਈਨ ਕੀਤੇ ਆ ਮੇਰੇ ਵੈਬ ਪੋਰਟਲ ਰਾਹੀਂ, ਤੇ ਇਹਨੂੰ ਜਨਤਕ ਕੀਤਾ ਜਾਣ। ਬਾਕੀ ਗਰੁੱਪ ਵੀ ਕਰ, ਕੋਈ ਕਲੇਮ ਕਰ ਰਹੇ ਨੇ ਸਾਰੇ ਗਰੁੱਪ ਕਿ ਅਸੀਂ ਇੰਨੇ ਮੈਂਬਰ ਸਾਈਨ ਕੀਤੇ ਆ। ਸੋ ਪੈਟਰਿਕ ਬਰਾਊਨ 1.5 ਲੱਖ ਕਹਿੰਦੇ ਆ, ਤੇ ਪਰ ਉਹ ਕਦੀ ਵੀ ਕਿਸੇ ਦੇ ਨੰਬਰ ਜੇ ਜਨਤਕ ਨਹੀਂ ਹੋਇਆ ਹਲੇ ਤੱਕ। ਸੋ ਇਹ ਡਿਫਰੈਂਟ ਗੱਲ ਹੈ। ਪਰ ਜਿਹੜੀ ਗੱਲ ਆਪਾਂ ਗੱਲ ਕਰਦੇ ਪਾਰਦਰਸ਼ਤਾ ਦੀ, ਕਿ ਕੀ ਪਾਰਟੀ ਜਿਹੜੇ ਫੈਸਲੇ ਲੈਂਦੀ ਆ ਇਹ ਜਨਤਕ ਹੋਣੇ ਚਾਹੀਦੇ। ਮੈਂ ਮੰਨਦਾ ਬਹੁਤ ਚੀਜ਼ਾਂ ਪਾਰਟੀ ਜਨਤਕ ਨਹੀਂ ਕਰ ਸਕਦੀ, ਪਰ ਜਦੋਂ ਕਿਸੇ ਦੇ ਬਾਰੇ, ਕੈਂਡੀਡੇਟ ਦੇ ਬਾਰੇ ਗੱਲ ਆਉਂਦੀ ਆ ਜਿਹਨੂੰ ਉਹਨਾਂ ਨੇ ਆਪਣੇ ਪਾਰਟੀ ਦਾ ਫੇਸ ਬਣਾਉਣਾ ਕਿਸੇ ਹਲਕੇ ਦੇ ਵਿੱਚ ਜਾਂ ਦੇਸ਼ ਨੂੰ ਲੀਡ ਕਰਨ ਦੇ ਲਈ, ਉੱਥੇ ਟਰਾਂਸਪੇਰੈਂਸੀ ਮੈਟਰ ਕਰਨੀ ਚਾਹੀਦੀ ਆ। ਇਹ ਮੈਂ ਇਕੱਲਾ ਕੰਜ਼ਰਵੇਟਿਵ ਪਾਰਟੀ ਲਈ ਨਹੀਂ ਕਹਿ ਰਿਹਾ, ਇਹ ਚਾਹੇ NDP ਹੈ ਚਾਹੇ ਲਿਬਰਲ ਆ, ਕਿਉਂਕਿ ਪਾਰਟੀ ਨੇ ਜਿਹੜਾ ਚਿਹਰਾ ਲੋਕਾਂ ਸਾਹਮਣੇ ਲਿਆਉਣਾ ਆ ਉਹ ਲਿਆਉਣਾ ਜਿਹੜੇ ਕਿ ਪਬਲਿਕ ਨੂੰ ਜਿਹਨੇ ਲੀਡ ਕਰਨਾ ਆ। ਸੋ ਜਦੋਂ ਪਾਰਟੀ ਦੀ ਜਿਹੀ ਟਰਾਂਸਪੇਰੈਂਸੀ ਹੋਏਗੀ ਤਾਂ ਲੋਕਾਂ ਦਾ ਵੀ ਪੋਲੀਟੀਕਲ ਸਿਸਟਮ ਵਿੱਚ ਹੋਰ ਵਿਸ਼ਵਾਸ ਵਧੇਗਾ। ਤੇ ਮੈਂ ਫਿਰ ਕਹਿ ਦੇਵਾਂ, ਪਾਰਟੀ ਡਿਫੈਂਸ ਦੇ ਵਿੱਚ ਆਪਣੀ ਗੱਲਾਂ ਹਮੇਸ਼ਾ ਕੋਰਟ ਦੇ ਵਿੱਚ ਰੱਖ ਚੁੱਕੀਆਂ ਆ ਕਿ ਸਾਨੂੰ ਆਪਣੇ ਫੈਸਲੇ ਲੈਣ ਦਾ ਹੱਕ ਆ। ਪਰ ਜਦੋਂ ਪਾਰਟੀ ਦੇ ਜੇ ਇੰਟੀਰੀਅਰ ਸੁਪੀਰੀਅਰ ਕੋਰਟ, ਜਿੱਥੇ ਕਿਸੇ ਇੰਟੀਰੀਅਰ ਨੋਮੀਨੇਸ਼ਨ ਦੇ ਵਿੱਚ ਹੀ ਜਦੋਂ ਰੂਲਿੰਗ ਆਈ ਸੀ, ਉਹ 'ਚ ਸੁਪੀਰੀਅਰ ਕੋਰਟ ਦੇ ਜੱਜ ਸਾਹਿਬ ਨੇ ਇੰਨਾ ਜ਼ਰੂਰ ਟਿੱਪਣੀ ਕੀਤੀ ਸੀ ਕਿ ਪਾਰਟੀਜ਼ ਕਹਿੰਦੀਆਂ ਪ੍ਰਾਈਵੇਟ ਕਲੱਬ ਆ, ਠੀਕ ਹੈ ਇਹਨਾਂ ਨੂੰ ਆਪਣੇ ਹੱਕ ਮੰਨ ਲਿਆ, ਪਰ ਦੇ ਸ਼ੁਡ ਨਾਟ ਫੋਰਗੇਟ ਕਿ ਪਾਰਟੀਜ਼ ਨੂੰ ਫੰਡ ਟੈਕਸ ਪੇਅਰ ਕਰਦਾ ਹੈ। ਸੋ ਟਿੱਪਣੀ ਨੂੰ ਵੀ ਮੈਂ ਗਾਂਹ ਤੋਰਦੇ ਹੋਏ ਕਹਿੰਦਾ ਕਿ ਜੇ ਟੈਕਸ ਪੇਅਰ ਕਰਦਾ ਹੈ ਤੇ ਸਾਨੂੰ ਪਾਰਦਰਸ਼ਤਾ ਵਧਾਉਣੀ ਚਾਹੀਦੀ ਹੈ। ਜੀ, ਸੋ ਦੋਸਤੋ ਇਸ ਵੇਲੇ 4:05 ਹੋਏ ਨੇ, ਤੇ ਹੋ ਸਕਦਾ ਕੋਈ ਸਾਡੇ ਨਵੇਂ ਸਰੋਤੇ ਹੁਣੇ ਜਿਨ੍ਹਾਂ ਨੇ ਟਿਊਨ ਇਨ ਕੀਤਾ ਹੋਵੇ ਉਹਨਾਂ ਨੂੰ ਦੱਸ ਦਿੰਦੇ ਕਿ ਸਾਡੀ ਇਹ ਗੱਲਬਾਤ ਇਸ ਵੇਲੇ ਮਨਨ ਗੁਪਤਾ ਜੀ, ਸਰਬਜੀਤ ਸਰਾਂ ਹੋਰੀ ਤੇ ਨਾਲ ਬੌਬੀ ਸਿੱਧੂ ਹੋਰਾਂ ਦੇ ਨਾਲ ਚੱਲ ਰਹੀ ਹੈ। ਤੇ ਪੋਲੀਟੀਕਲ ਪਲਸ ਸਾਡਾ ਇਹ ਸਿਆਸੀ ਰਮਜ਼ਾਂ ਖਾਸ ਸੈਗਮੈਂਟ, ਜਿਹਦੇ ਵਿੱਚ ਅੱਜ ਪੈਟਰਿਕ ਬਰਾਊਨ ਹੋਰੀ ਜੋ ਕਿ ਬਰੈਂਪਟਨ ਦੇ ਮੇਅਰ ਨੇ, ਤੇ ਨਾਲ ਦੀ ਨਾਲ ਉਹ ਕੰਜ਼ਰਵੇਟਿਵ ਪਾਰਟੀ ਦੇ ਲਈ ਲੀਡਰਸ਼ਿਪ ਰੇਸ ਦੇ ਵਿੱਚ ਇਸ ਵੇਲੇ ਮੋਹਰੀ ਕੈਂਡੀਡੇਟਸ ਦੇ ਵਿੱਚ ਮੰਨਿਆ ਜਾ ਰਿਹਾ ਸੀ ਉਹਨਾਂ ਨੂੰ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੇ ਵੱਲੋਂ ਇਹ ਗੱਲ ਕੀਤੀ ਸੀ ਕਿ ਉਹਨਾਂ ਨੇ ਮੈਂਬਰਸ ਸਾਈਨ ਕੀਤੇ ਨੇ ਤੇ ਦਾਅਵੇਦਾਰੀ ਆਪਣੀ ਜਤਾ ਰਹੇ ਸੀ। ਸੋ ਅੱਜ ਕੱਲ੍ਹ ਰਾਤ ਐਕਚੁਅਲੀ ਇਨਫੈਕਟ ਉਹਨਾਂ ਦੀ ਜਿਹੜੀ ਲੀਡਰਸ਼ਿਪ ਰੇਸ ਦੇ ਵਿੱਚ ਉਹ ਦੌੜ ਸੀ,
ਉਹਦੇ ਤੇ ਇੱਕ ਵਿਸ਼ਰਾਮ ਚਿੰਨ੍ਹ ਲੱਗਿਆ, ਉਹਨੂੰ ਸਟਾਪ ਕਰ ਦਿੱਤਾ ਗਿਆ, ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ। ਇੰਟਰਨਲ ਪਾਰਟੀ ਸਿਸਟਮ ਦੇ ਅਕੋਰਡਿੰਗਲੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਇੱਕ ਖਾਸ ਕਿਸਮ ਦੀ ਜਿਹੜੀ ਇੱਕ ਬਾਡੀ ਬਣਾਈ ਗਈ, ਜਿਹਦੇ ਵਿੱਚ ਇੱਕ ਪੈਨਲ ਬਣਾਇਆ ਗਿਆ 17 ਮੈਂਬਰੀ, ਉਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ। ਮੰਨਣ ਗੁਪਤਾ ਜੀ ਥੋੜ੍ਹੇ ਜਿਹੇ ਇਸ ਤੋਂ ਬਾਅਦ ਬਿਜ਼ੀ ਹੋਣਗੇ, ਸੋ ਆਖਰੀ ਕੌਮੈਂਟ ਮੰਨਣ ਜੀ ਦਾ ਲੈ ਕੇ ਫਿਰ ਬਾਕੀ ਦੀ ਗੱਲਬਾਤ ਨੂੰ ਵੀ ਛੇਤੀ ਅਗਲੇ 10 ਮਿੰਟ ਦੇ ਵਿੱਚ ਵਾਈਂਡ ਅਪ ਕਰ ਦਿਆਂਗੇ। ਮੰਨਣ ਜੀ ਤੁਸੀਂ ਆਪਣਾ ਕਲੋਜ਼ਿੰਗ ਰਿਮਾਰਕਸ ਦੇ ਦਿਓ, ਫਿਰ ਤੁਹਾਡੇ ਤੋਂ ਇਜਾਜ਼ਤ ਲੈ ਲੈਂਦੇ। बिल्कुल जी, बहुत बहुत शुक्रिया, थैंक यू फॉर अकोमोडेटिंग। देखो जिस तरह बाकी सारे पैनलिस्ट बॉबी जी और सराज साहब ने किया, क्योंकि तुसी बाकी जो दोनों पैनलिस्ट ने बड़े सरगर्म ने, एक्टिवली पोलिटिकल लाइफ में उन्होंने देखा भी है, हंडाया भी है। सो जी मेन देखो जी रिफॉर्म्स आने चाहिए ना, पोलिटिकल पार्टीज की नॉमीनेशन प्रोसैस है वो बहुत लाजमी है। ग्राउंड लैवल पर कोई शख्स अपनी नॉमीनेशन लड़ना चाहता है, किसी राइटिंग तो कैंडीडेट बनना चाहता है, ਉਹਦਾ ਤਾਂ नंबर ही नहीं लगता, क्योंकि वैस्टेड ग्रुप और ਜਿਹੜੇ ਇਨਵੈਸਟਰਸ ਨੇ ਉਹ ਹਾਵੀ ਹੋ ਜਾਂਦੇ ਨੇ। ਸਿਮਿਲਰਲੀ ਜਿਸਲੇ ਕੋਈ ਲੀਡਰ ਬਣਨ ਦਾ ਮੌਕਾ ਆਉਂਦਾ, ਉਸ ਵੇਲੇ ਵੀ ਜਿਹੜੇ ਇੰਟਰਸਟ ਗਰੁੱਪਸ ਨੇ, ਚਾਹੇ ਉਹ ਫਾਈਨੈਂਸ਼ੀਅਲ ਸਾਈਡ ਤੋਂ ਨੇ, ਚਾਹੇ ਉਹ ਕਮਰਸ਼ੀਅਲ ਸਾਈਡ ਤੋਂ ਨੇ, ਚਾਹੇ ਕੋਈ ਹੋਰ ਉਹਨਾਂ ਦਾ ਇੰਟਰਸਟ ਗਰੁੱਪ ਹੈ, ਉਹ ਹਾਵੀ ਹੋ ਜਾਂਦੇ ਨੇ। ਔਰ ਫਿਰ ਹੁੰਦਾ ਕੀ ਹੈ ਕਿ ਲਾਸਟ ਮਿੰਟ 'ਤੇ ਆ ਕੇ ਸੋ ਕਾਲਡ ਫਰੰਟ ਰਨਰਸ ਨੂੰ ਚੱਲਦਾ ਕਰ ਦਿੱਤਾ ਜਾਂਦਾ। ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਕੈਨੇਡਾ ਨੂੰ ਇਹਦੇ ਵਿੱਚ ਪ੍ਰਾਇਰਟੀ ਲੈਣੀ ਚਾਹੀਦੀ ਹੈ। ਦੇ ਸ਼ੁੱਡ ਕਮ ਫਾਰਵਰਡ ਟੂ ਕੰਡਕਟ ਐਨੀ ਲੀਡਰਸ਼ਿਪ ਰੇਸ, ਤਾਂ ਕਿ ਘੱਟੋ ਘੱਟ ਫਾਈਨੈਂਸ਼ੀਅਲ ਜਿਹੜੀਆਂ ਇਰਰੈਗੂਲੈਰਿਟੀਜ਼ ਨੇ, ਘੱਟੋ ਘੱਟ ਉਹਦੇ ਵਿੱਚ ਤਾਂ ਕੁਛ ਨਾ ਕੁਛ ਸੰਕੋਚ ਹੋਏਗਾ। ਕਿਉਂਕਿ ਹੁੰਦਾ ਕੀ ਹੈ, ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਪਹਿਲਾਂ ਗੱਲ ਕੀਤੀ, ਇਟਸ ਐਨ ਓਪਨ ਸੀਕ੍ਰੇਟ। ਮੈਂਬਰ ਮੈਂ ਬਣਨਾ ਹੈ, ਕ੍ਰੈਡਿਟ ਕਾਰਡ ਤੁਹਾਡਾ ਵਰਤਿਆ ਜਾਣਾ ਹੈ, ਬੱਲੇ ਬੱਲੇ ਕਿਸੇ ਤੀਸਰੇ ਲੀਡਰ ਦੀ ਹੋ ਜਾਣੀ ਹੈ। ਉਹ ਫੈਮਿਲੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਮੈਂਬਰ ਉਹਦੇ ਨਾਮ ਦੇ ਉਸ ਐਡਰੈਸ ਤੇ ਕਿਸੇ ਸ਼ਖਸ ਨੇ, ਹੋਰ ਪੱਧਰ ਪੁਰਸ਼ ਨੇ ਨਾਮ ਤੇ ਰਜਿਸਟਰ ਕਰ ਦਿੱਤੇ ਨੇ। ਸੋ ਆਹ ਸਾਰੀਆਂ ਚੀਜ਼ਾਂ ਬਹੁਤ ਗਲਤ ਹੋ ਰਹੀਆਂ ਨੇ, ਇਹਦਾ ਨੁਕਸਾਨ ਸਾਡੀ ਡੈਮੋਕ੍ਰੇਸੀ ਦੇ ਉੱਤੇ ਹੋ ਰਿਹਾ। ਔਰ ਜਿਹੜੀ ਕੁਆਲਿਟੀ ਆਫ ਕੈਂਡੀਡੇਟਸ ਹੈ, ਹੁਣ ਮੈਂ ਨਾਮ ਨਹੀਂ ਲਊਂਗਾ, ਬਹੁਤ ਸਾਰੇ ਕੈਂਡੀਡੇਟ ਬਰੈਂਪਟਨ ਏਰੀਆ 'ਚੋਂ ਪਿਛਲੇ 5-7 ਸਾਲਾਂ 'ਚੋਂ ਚੱਲਦੇ ਕਰ ਦਿੱਤੇ ਗਏ ਨੇ ਡਿਊ ਟੂ ਦੇਅਰ ਓਨ ਪਰਸਨਲ ਕੰਡਕਟ। ਉਹ ਕਿੱਦਾਂ ਮੈਂਬਰ ਬਣੇ ਸੀ, ਕਿੱਦਾਂ ਉਹ ਇਲੈਕਟਿਡ MP ਬਣੇ ਸੀ, ਕਿੱਦਾਂ ਉਹ ਇਲੈਕਟਿਡ ਹੋਰ ਇਲੈਕਟਿਡ ਆਫੀਸ਼ੀਅਲ ਬਣੇ ਸੀ, ਉਹ ਸਾਨੂੰ ਸਾਰਿਆਂ ਨੂੰ ਜਗ ਜ਼ਾਹਿਰ ਹੈ। ਸੋ ਇੱਕ ਵਾਰ ਫਿਰ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਰਜਿੰਦਰ ਗਿੱਲ ਸ਼ੋਅ 'ਤੇ ਬੜਾ ਇੰਪੋਰਟੈਂਟ ਜਵਲੰਤ ਜਿਹੜਾ ਟੌਪਿਕ ਹੈ ਉਹਨੂੰ ਲੈ ਕੇ ਆਂਦਾ ਔਰ ਆਪਣੇ 2 ਸ਼ਬਦ ਕਹਿਣ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਮਨਨ ਜੀ, ਧੰਨਵਾਦ ਜੀ, ਥੈਂਕ ਯੂ ਸੋ ਮਚ। ਤੁਹਾਡੇ ਤੋਂ ਇੱਥੇ ਇਜਾਜ਼ਤ ਲੈਂਦੇ ਹਾਂ, ਅਤੇ ਕੋਲ ਹੋਣਾ ਨੇ ਤੇ ਆਪਾਂ ਤੁਹਾਡੇ ਵੀ ਕਲੋਜ਼ਿੰਗ ਰਿਮਾਰਕਸ ਲੈਣੇ ਚਾਹਾਂਗਾ, ਜਿਹਦੇ ਵਿੱਚ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਪੂਰੇ ਘਟਨਾਕ੍ਰਮ ਦੇ ਉੱਪਰ ਆਪਣੇ ਕੌਮੈਂਟ ਦਿਓ। ਸਿਟੀ ਲੈਵਲ ਦੇ ਉੱਪਰ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਥੇ ਕੌਂਸਲਸ ਦੇ ਵੱਲੋਂ, ਕੌਂਸਲ ਮੈਂਬਰਸ ਦੇ ਵੱਲੋਂ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਇਸ ਵੇਲੇ ਵਿਰੋਧ ਜਾਂ ਰੋਸ ਜਿਹੜਾ ਉਹ ਵੀ ਜਤਾਇਆ ਜਾ ਰਿਹਾ, ਪੈਟਰਿਕ ਬਰਾਊਨ ਹੋਰਾਂ ਦੇ ਖਿਲਾਫ ਵੀ ਔਰ ਪੱਖ 'ਚ ਵੀ ਜਿਹੜੀ ਇੱਕ ਧੜੇ ਬਣੇ ਹੋਏ ਨੇ, ਉਹਨਾਂ ਦਾ ਵੀ ਜ਼ਿਕਰ ਚੱਲ ਰਿਹਾ। ਜੇ ਆਪਾਂ ਬਰੈਂਪਟਨ ਦੀ ਸਿਆਸਤ ਦੀ ਗੱਲ ਕਰਨੀ ਹੋਵੇ ਤਾਂ ਸੁਣਨ 'ਚ ਇਹ ਵੀ ਆ ਰਿਹਾ ਕਿ ਇਹ ਸਾਰੇ ਕਾਸੇ ਦਾ ਇੰਪੈਕਟ ਜਿਹੜਾ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਮਿਊਨਸੀਪਲ ਇਲੈਕਸ਼ਨਸ ਹੋਣਗੀਆਂ, ਕਿਸੇ ਨਾ ਕਿਸੇ ਰੂਪ 'ਚ ਹੋ ਸਕਦਾ ਕਿ ਪੈਟਰਿਕ ਬਰਾਊਨ ਹੋਰੀ ਆਪਣੀ ਜਿਹੜੀ ਮੇਅਰਲ ਕੈਂਡੀਡੇਸੀ ਦੇ ਲਈ ਵੀ ਉਹਨਾਂ ਦੇ ਲਈ ਮੁਸੀਬਤ ਬਣ ਸਕਦੀ ਹੋਏਗੀ। ਕੀ ਸੋਚਦੇ ਹੋ? ਦੇਖੋ ਹਰਜਿੰਦਰ ਜੀ, ਮੈਂ ਹਲੇ ਵੀ ਮੰਨਦਾ, ਜਿਸ ਤਰ੍ਹਾਂ ਪੀਅਰ ਪੋਲੀਵਰ ਫਰੰਟ ਰਨਰ ਸੀਗੇ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਦੇ ਲਈ, ਉਹ ਪੈਟਰਿਕ ਬਰਾਊਨ ਚਾਹੇ ਰਹਿੰਦੇ ਵੀ, ਮੇਰਾ ਮੰਨਣਾ ਉਹਨੇ ਜਿੱਤ ਜਾਣਾ ਸੀ। ਉਸੇ ਤਰ੍ਹਾਂ ਮੇਅਰ ਦੀ ਇਲੈਕਸ਼ਨ ਦੇ ਵਿੱਚ ਦੇਖੋ ਚੁਣੌਤੀਆਂ ਤਾਂ ਰਾਜਨੀਤੀ 'ਚ ਹੁੰਦੀਆਂ ਹੀ ਆ, ਹੋਰ ਵੀ ਕੋਈ ਚਿਹਰਾ ਅੱਗੇ ਆ ਸਕਦਾ ਆ, ਪਰ ਅੱਜ ਦੀ ਤਰੀਕ 'ਚ ਮੈਨੂੰ ਲੱਗਦਾ ਕਿ ਪੈਟਰਿਕ ਬਰਾਊਨ ਨੂੰ ਆਪਣੀ ਕੁਰਸੀ ਗਵਾਚਣ ਦਾ ਇੰਨਾ ਕੁ ਡਰ ਨਹੀਂ ਹੈਗਾ। ਹਲੇ ਵੀ ਬਹੁਤ ਸਟਰੋਂਗ ਕੈਂਡੀਡੇਟ ਆ। ਹਾਂ, ਕੱਲ੍ਹ ਨੂੰ ਕੀ ਫਾਈਂਡਿੰਗਸ ਆਉਂਦੀਆਂ, ਕੱਲ੍ਹ ਨੂੰ ਕੁਛ ਹੋਰ ਕੀ ਗੱਲ ਹੁੰਦੀ ਆ, ਅਤੇ ਪੋਲੀਟਿਕਸ ਦੇ ਵਿੱਚ ਚੇਂਜ ਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ, ਪਰ ਹਾਂ ਇਜ਼ ਅ ਵੈਰੀ ਸਟਰੋਂਗ ਕੈਂਡੀਡੇਟ ਬਰੈਂਪਟਨ ਦੇ ਵਿੱਚ, ਇਹ ਸਾਨੂੰ ਮੰਨਣਾ ਪੈਣਾ। ਪਰ ਨੈਸ਼ਨਲ ਕੰਪੇਨ ਹੋਏਗਾ, ਧੜੇ ਵੰਡ ਹੋਏ ਆ, ਕਾਉਂਸਲਰਸ ਵੀ ਵੰਡ ਹੋਏ ਆ, ਜਿਹੜਾ ਕਿ ਸ਼ਹਿਰ ਦੇ ਲਈ ਕੋਈ ਬਾਹਲੀ ਚੰਗੀ ਗੱਲ ਨਹੀਂ ਹੈਗੀ। ਅਤੇ ਹੋਰ ਆਪਾਂ ਅਗਰ ਗੱਲ ਕਰੀਏ ਕਿ ਅਗਰ ਆਪਾਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਹਾਂ, ਪੋਲੀਟੀਕਲ ਪਾਰਟੀਜ਼ ਦੀ ਗੱਲ ਕਰਦੇ ਹਾਂ, ਕਿ ਨੋਮੀਨੇਸ਼ਨਸ ਦੀ ਗੱਲ ਕਰਦੇ ਹਾਂ, ਕਿ ਇਹ 'ਚ ਚੇਂਜਿਸ ਹੋਣੇ ਚਾਹੀਦੇ ਆ, ਮੈਂ ਇੱਕ ਗੱਲ ਐਡ ਕਰ ਦਿੰਦਾ ਹਾਂ ਕਿ ਕੰਜ਼ਰਵੇਟਿਵ ਪਾਰਟੀ ਨੇ ਪੈਟਰਿਕ ਬਰਾਊਨ ਦੇ ਜੋ ਐਲੀਗੇਸ਼ਨਸ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਸੇ ਕੀਤਾ ਆ। ਇੱਕ ਗੱਲ ਮੈਂ ਟਿੱਪਣੀ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਉਹਨਾਂ ਸ਼ਾਇਦ ਜਿਹੜਾ ਉਹਨਾਂ ਨੇ ਹਾਲੇ ਤੱਕ ਐਲੀਗੇਸ਼ਨਸ ਨੂੰ ਜਨਤਕ ਇਸ ਲਈ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਇਹ ਕਹਿਣਾ ਆ ਕਿ ਅਸੀਂ ਜਿੰਨੇ ਵੀ ਐਲੀਗੇਸ਼ਨ ਹੈਗੇ ਆ ਉਹ ਸਾਰੇ ਇਲੈਕਸ਼ਨ ਕੈਨੇਡਾ ਨੂੰ ਫਾਰਵਰਡ ਕਰ ਦਿੱਤੇ ਆ। ਇਲੈਕਸ਼ਨ ਕੈਨੇਡਾ ਨੂੰ ਫਾਰਵਰਡ ਹੋਏ ਆ। ਕੱਲ੍ਹ ਨੂੰ ਅਗਰ ਇਲੈਕਸ਼ਨ ਕੈਨੇਡਾ ਐਕਸ਼ਨ ਲੈਂਦੀ, ਉਹਨੂੰ ਲੱਗਦਾ ਕਿ ਵਾਇਲੇਸ਼ਨ ਹੋਈ ਆ, ਇਲੈਕਸ਼ਨ ਕੈਨੇਡਾ ਉਹਦੇ ਹੇਠਾਂ ਕੋਈ ਚਾਰਜਿਸ ਲੇ ਕਰ ਦਿੰਦੀ ਆ, ਉਹਦੇ ਨਾਲ ਆਉਣ ਵਾਲੀ ਸਿਆਸਤ ਵਿੱਚ ਬਹੁਤ ਵੱਡਾ ਧਮਾਕਾ ਕੈਨੇਡਾ 'ਚ ਨਹੀਂ, ਬਰੈਂਪਟਨ ਦਾ ਖਾਸ ਕਰਕੇ ਬਹੁਤ ਵੱਡਾ ਹੋਏਗਾ। ਸੋ ਆਪਾਂ ਨੂੰ ਵੇਟ ਕਰਨੀ ਪਏਗੀ ਕਿ ਇਲੈਕਸ਼ਨ ਕੈਨੇਡਾ ਦੀ ਫਾਈਂਡਿੰਗ ਕੀ ਆ, ਤੇ ਉਹਦੇ ਆਧਾਰ ਤੇ ਅਗਾਂਹ ਸਟੈਪ ਕੀ ਲੈਂਦੇ ਆ। ਉਨੀ ਦੇਰ ਤੱਕ
ਆਪਾਂ ਕਿਆਸ ਰਾਹੀਂ ਲਾ ਸਕਦੇ ਹਾਂ ਜੀ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਪਰ ਇੱਕ ਵਾਰੀ ਸਰਬਜੀਤ ਸਰਾਂ ਹੋਰਾਂ ਦੇ ਕੋਲੋਂ ਮੈਂ ਵੀ ਐਕਚੁਅਲੀ ਨਾ ਤੁਹਾਡੇ ਕੋਲ ਇਸ ਵੇਲੇ ਸ਼ਮਾ ਮੰਗਣੀ ਚਾਹੁੰਦਾ ਵਾ, ਹਾਂਜੀ ਹਾਂਜੀ ਮੀਟਿੰਗ 'ਚ ਪਹੁੰਚਣਾ ਵਾ। ਠੀਕ ਹੈ ਜੀ, ਬਿਲਕੁਲ ਆਪਾਂ ਹੁਣ ਵਾਈਂਡ ਅਪ ਹੀ ਕਰਦੇ ਹਾਂ ਜੀ ਫਿਰ। ਬਿਲਕੁਲ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਜੀ, ਤੇ ਤੁਹਾਡਾ ਵੀ ਧੰਨਵਾਦ। ਤੇ ਸਰਾਂ ਸਾਹਿਬ ਤੁਸੀਂ ਆਪਣੇ ਕਲੋਜ਼ਿੰਗ ਰਿਮਾਰਕਸ ਦੇ ਦਿਓ ਜੀ। ਜੀ ਗਿੱਲ ਸਾਹਿਬ, ਮੈਂ ਵੀ ਆਪਣੇ ਪਹਿਲੀ ਦੀ ਗੱਲ ਟਿੱਪਣੀ ਮੇਰੀ ਸਿਟੀ ਤੇ ਇਹ ਆ ਵੀ ਆਪਣੀ ਬਰੈਂਪਟਨ ਸਿਟੀ ਦੇ ਵਿੱਚ ਜਿੰਨੀਆਂ ਡੈਫੀਸ਼ੈਂਸੀਜ਼ ਨੇ, ਜਿਹੜੇ ਉੱਥੇ ਰਹਿੰਦੇ ਆ ਸਾਰਿਆਂ ਨੂੰ ਪਤਾ ਆ ਵੀ ਸਾਡੇ ਕੋਲ ਵੀ ਇਹ ਰਾਈਟ ਹੋਣਾ ਚਾਹੀਦਾ, ਵੀ ਆਪਣੇ ਕੋਲ ਪ੍ਰਾਊਡ ਹੋਣਾ ਚਾਹੀਦਾ ਵੀ ਅਸੀਂ ਵੀ ਇੱਕ ਬਿਊਟੀਫੁਲ ਸਿਟੀ 'ਚ ਰਹਿਣਾ ਚਾਹੁੰਦੇ ਹਾਂ। ਔਰ ਉਹਦਾ ਕਾਰੋ ਵਿਹਾਰ ਇਸ ਤਰੀਕੇ ਨਾਲ ਹੋਣਾ ਚਾਹੀਦਾ ਵੀ ਕੋਈ ਵੀ ਜੇ ਲੀਡਰ ਹੈਗੇ ਆ ਕਿਸੇ ਵੀ ਰੇਸ ਦੇ ਵਿੱਚ ਆ, ਔਰ ਜਿਹੜੀ ਸਿਟੀ ਆ, ਜਿਹੜਾ ਸੰਬੰਧਿਤ ਟਾਊਨ ਆ, ਉਹਨੂੰ ਅਪਰੋਪਰੀਏਟ ਸਰਵਿਸਿਜ਼ ਮਿਲਣੀਆਂ ਚਾਹੀਦੀਆਂ ਨੇ। ਸੈਕਿੰਡ ਸਰ, ਜਿਵੇਂ ਤੁਸੀਂ ਇਹ ਦੱਸਿਆ ਹੀ ਔਨ ਏਅਰ ਕਿ ਮੈਂ ਪੀਅਰ ਪੋਲੀਐਫ ਦੇ ਨਾਲ ਆ, ਉਹਨਾਂ ਦੀ ਸਪੋਰਟ ਕਰ ਰਹੇ ਹਾਂ ਔਰ ਹੀ ਇਜ਼ ਬੈਸਟ ਕੈਂਡੀਡੇਟ। ਅਸੀਂ ਉਹ ਪਹਿਲਾਂ ਵੀ ਕਹਿੰਦੇ ਸੀ, ਅੱਜ ਵੀ ਕਹਿੰਦੇ ਆ, ਐਂਡ ਵਿਲ ਹੈਵ ਆਰ ਬੈਸਟ ਸਿਲੈਕਸ਼ਨ ਇਫ ਵੀ ਸਪੋਰਟ ਪੀਅਰ ਪੋਲੀਐਫ। ਇੰਨਾ ਹੀ ਕਹਿਣਾ ਜੀ ਮੈਂ। ਧੰਨਵਾਦ ਤੁਹਾਡਾ ਬਹੁਤ ਬਹੁਤ। ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਗੁਰਸ਼ਰਨ ਬੌਬੀ ਸਿੱਧੂ ਹੋਰੀ, ਸਰਬਜੀਤ ਸਰਾਂ ਤੇ ਮਰਨ ਗੁਪਤਾ ਜੀ ਹੋਰੀ, ਜਿਨ੍ਹਾਂ ਦੇ ਨਾਲ ਸਾਡੀ ਖਾਸ ਪੈਨਲ ਡਿਸਕਸ਼ਨ, ਜਿਹਦੇ ਵਿੱਚ ਅਸੀਂ ਬੀਤੇ ਕੱਲ੍ਹ ਜੋ ਇਹ ਅਨਾਊਂਸਮੈਂਟ ਹੋਈ ਹੈ, ਜਿਹੜੀ ਇੱਕ ਅਪਡੇਟ ਆਈ ਹੈ, ਜਿੱਥੇ ਪੈਟਰਿਕ ਬਰਾਊਨ ਹੋਰਾਂ ਨੂੰ ਲੀਡਰਸ਼ਿਪ ਰੇਸ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ, ਉਹਦੇ ਕਾਰਨ ਕੀ ਹੋਏ ਨੇ ਔਰ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਪਿੱਠ ਭੂਮੀ, ਕਿਸ ਤਰੀਕੇ ਨਾਲ ਇਹ ਹੁਣ ਤੱਕ ਇਹ ਖਬਰ ਸਾਰੀ ਕਿੱਥੇ ਤੱਕ ਪਹੁੰਚੀ ਹੈ, ਇਹ ਕੁਝ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ। ਉਮੀਦ ਕਰਦੇ ਹਾਂ ਸਾਡਾ ਇਹ ਸੈਗਮੈਂਟ ਚੰਗਾ ਲੱਗਿਆ ਹੋਣਾ। ਹੁਣ ਇੱਥੇ ਇਜਾਜ਼ਤ ਲੈ ਲੈਂਦੇ ਹਾਂ, ਤੇ ਸਾਡੇ ਸਾਰੇ ਪੈਨਲਿਸਟ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। For all the latest updates, please subscribe G Media Group and press the bell icon.